वाहेगुरु जी का खालसा वाहेगुरु जी की फतेह। दीन दुनिया दे मालक धन धन श्री गुरु ग्रंथ साहिब जियां दी पावन हजूरी विच शरधा ते सत्कार सहित संध्या दे दीवाना विच आप जी जुड़ बैठे हो। आओ जिन्ना भी समा गुरु कृपा सदका प्राप्त हो रहा है, सतगुरां दे प्रेम दे विच बैठ के सफला बनाइए। इतिहास दे पावन प्रसंगां विचों आप जी ने सरवण कीता सी। गुरु नानक साहब जी सुमेर पर्वत सिद्धां तो वदैगी लै रहे ने। पर बंदगी वाले सिद्ध ये नहीं सी चाहते। गुरु नानक साहब महाराज इस वेले ही जान। प्रेम दियां बेनतियां कीतियां पर सतगुरां ने अपनी मजबूरी जाहिर की। मंगलनाथ परथरी गोपी चंद प्राणनाथ गुगू जी सारे के सारे प्यार वाले सिद्ध सतगुरां नूं वदैगी देण आए। गुरु बाबा जी नमस्कार सवेर नूं करके वापस आए ने। भाई मरदाना जी नूं पुछदे ने, मरदानिया दस कित्थे जाना है? कहंदे बाबा कोई इहो जिहा मनुख विखाओ जो अज तक जन्म लेके मरिया ही ना होवे। सतगुरु कहते चल फिर, क्योंकि गुरु नानक साहब महाराज दे वास्ते ये चीजां अत कथनियां नहीं। मालक ने सृष्टि दे कुछ भी कर सकते ने। आओ अज सतगुरु किन्हां नूं तार रहे ने, कुछ समा मन बिरतियां नूं एकाग्र चित बनाइए। पाओ सांझ प्रेम दी गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा अगर जगमणे श्री गुरु गए एक अस्थान। काकप सुंड बैठे जहां पंखण बिखे महान। जगत गुरु स्वामी गुरु नानक पातशाह भाई मरदाना जी की बेनती नूं स्वीकार करके हिमालय के पर्वतां ते चल पए। चलते चलते एक ऐसी घाटी ते पहुंचे आ जिथे सत्संग हो रहा है। ऋषियां दे विचों महान ऋषि कागभसूंड सभा लगा के बैठे। बेअंत योगी जन साधु जन बेहंगम लोग जो पंछियां दे रूप दे विच ने उन्होंने सरवण कर रहे हैं। गुरु नानक साहब महाराज चलते चलते उस सभा दे पिछे आन खड़े हुए, जिथे सारे दे सारे पंछी अखां बंद करके बैठे। सुरत एकाग्र है।
ਆਸੇ ਪਾਸੇ ਦੀ ਪਰਵਾਹ ਨਹੀਂ। ਕੌਣ ਸੁਣਦਾ ਹੈ, ਕੌਣ ਵੇਖਦਾ ਏ। ਜੋ ਪਈ ਮੋਹ ਬਿਅੰਗ ਹੈ ਅਨਗੰਜ ਹਿਵਾ ਕਾਕ ਪਸੁੰਡ ਬਿਰਾਜੇ ਤਹਿਵਾ। ਜਿੱਥੇ ਕਾਗ ਪਸੌਂਡੀ ਉੱਚੀ ਥਾਂ ਤੇ ਬੈਠ ਕੇ, ਸਿਲਾ ਤੇ ਬਹਿ ਕੇ ਉਪਦੇਸ਼ ਦੇ ਰਹੇ ਨੇ। ਸੁਣਨ ਵਾਲੇ ਸਰੋਤਿਆਂ ਦੇ ਵਿੱਚ ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਛੀ ਬੈਠੇ। ਪੰਛੀ ਵੀ ਕੋਈ ਸੰਸਾਰੀ ਨਹੀਂ, ਭਗਤੀ ਵਾਲੀਆਂ ਰੂਹਾਂ ਏਦਾਂ ਚੌਂਕੜੇ ਲਾ ਕੇ ਬੈਠੀਆਂ ਨੇ ਜਿਵੇਂ ਪਤਾ ਨਹੀਂ ਕਿੱਡੇ ਵੱਡੇ ਗਿਆਨੀ ਧਿਆਨੀ ਹੋਣ। ਉਹਨਾਂ ਦੀ ਸੁਰਤ, ਉਹਨਾਂ ਦੀ ਸਰੋਤ, ਉਹਨਾਂ ਦੇ ਕੰਨ ਤੇ ਉਹਨਾਂ ਦਾ ਧਿਆਨ ਕੇਵਲ ਸੁਣਾਉਣ ਵਾਲੇ ਵਿੱਚ ਹੈ। ਕਾਗ ਪਸੁੰਡ ਜੀ ਬੜੇ ਪਿਆਰ ਵਿੱਚ ਮਗਨ ਹੋ ਕੇ ਰੱਬ ਦੇ ਗੁਣ ਗਾਉਂਦੇ ਹਨ। ਵੈਸਿਓ ਆਪ ਸੋ ਭਿੰਨ ਕੇ ਮਾਹੀ ਉਚਤ ਕਥਾ ਪ੍ਰੇਮ ਔਰ ਜਾਹੀ। ਹੁਣ ਸਾਰਿਆਂ ਦੇ ਵਿੱਚ ਬੈਠੇ ਹੋਏ ਕਾਗ ਪਸੁੰਡ ਕੀ ਸੁਣਾ ਰਹੇ ਨੇ? ਜੋ ਭਾਈ ਬਾਲਾ ਜੀ ਨੇ ਵੇਖਿਆ ਤੇ ਸੁਣਿਆ ਉਹ ਦੱਸਦੇ। ਕਹਿੰਦੇ ਉਹ ਰੱਬ ਦੀ ਕਥਾ ਸੁਣਾ ਰਹੇ ਸੀ, ਪ੍ਰਭੂ ਦੀ ਕਥਾ। ਜਿਹਨੂੰ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ, ਜਿਹਨੂੰ ਸੁਣ ਕੇ ਮਨ ਵਿਸਮਾਦ ਵਿੱਚ ਆ ਜਾਂਦਾ ਹੈ। ਤੇ ਬਾਕੀ ਜਿੰਨੇ ਸੁਣਨ ਵਾਲੇ ਸੀ ਕਹਿੰਦੇ ਮੰਤਰ ਮੁਗਧ ਹੋ ਕੇ ਸੁਣ ਰਹੇ ਨੇ। ਉਹਨਾਂ ਨੂੰ ਸੋਝੀ ਨਹੀਂ ਸਰੀਰ ਕਿੱਥੇ ਆ ਤੇ ਆਪਾਂ ਕਿੱਥੇ, ਪਰ ਸੁਣਾਉਣ ਵਾਲਾ ਵੀ ਇੰਨਾ ਇਕਾਗਰ ਚਿੱਤ ਹੈ। ਰੱਬ ਦੇ ਗੀਤ, ਪ੍ਰਭੂ ਦੀ ਭਗਤੀ, ਉਸ ਅਕਾਲ ਪੁਰਖ ਦੀ ਉਹ ਕਥਾ ਸੁਣਾ ਰਹੇ ਨੇ ਸੰਤਾਂ ਭਗਤਾਂ ਨਾਲ ਜੋ ਬੀਤੀ। ਕਿਵੇਂ ਕਿਵੇਂ ਉਹ ਰੱਬ ਪਿਆਰਾ ਆਪਣੇ ਪਿਆਰਿਆਂ ਨੂੰ ਮਿਲਦਾ। ਕਿ ਸਾਰੀ ਕਥਾ ਦਾ ਸਰਲੇਖ ਸੀ ਪ੍ਰੇਮ, ਕਿਉਂਕਿ ਕਥਾ ਇੱਕ ਪ੍ਰੇਮ ਦਾ ਵਿਸ਼ਾ ਹੈ। ਜਿਹਨੂੰ ਸੁਣਿਆ ਤੋਂ ਪ੍ਰੇਮ ਉਪਜਦਾ ਹੈ, ਪਿਆਰ ਜਾਗਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕਦਮ ਚੁੱਪ ਚਪੀਤੇ ਸਭਾ ਦੇ ਪਿੱਛੇ ਆ ਕੇ ਖੜੇ ਹੋ ਗਏ। ਕੋਈ ਹਿਲਜੁਲ ਨਹੀਂ ਕੀਤੀ, ਆਵਾਜ਼ ਨਹੀਂ ਦਿੱਤੀ, ਸ਼ਾਂਤ, ਕਿਉਂਕਿ ਸਤਸੰਗ ਹੋ ਰਿਹਾ। ਨਾ ਤੇ ਕਾਗ ਪਸੁੰਡ ਨੂੰ ਪਤਾ ਲੱਗਿਆ ਵੀ ਸਾਹਮਣੇ ਕੋਈ ਆਣ ਖੜਿਆ ਹੋਇਆ, ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗੇ, ਕਿਉਂਕਿ ਉਹਨਾਂ ਦਾ ਧਿਆਨ, ਉਹਨਾਂ ਦੀ ਸੁਰਤ ਪ੍ਰੇਮ ਚ ਵਿੱਚ ਹੀ ਹੈ। ਇਹੋ ਜਿਹੀਆਂ ਰੂਹਾਂ ਹੁੰਦੀਆਂ ਜ਼ਰੂਰ ਨੇ ਪਰ ਬਿਰਲੀਆਂ। ਬੜੇ ਲੋਕ ਐਸੇ ਨੇ ਸਤਸੰਗ ਵਿੱਚ ਬਹਿੰਦੇ ਆ, ਪਤਾ ਹੀ ਨਹੀਂ ਕੌਣ ਆਇਆ ਕੌਣ ਗਿਆ। ਤੇ ਬੜੇ ਐਸੇ ਵੀ ਹੁੰਦੇ ਆ ਗੁਰੂ ਘਰ ਆਉਂਦੇ ਆ, ਸਤਸੰਗ ਆਉਂਦੇ ਆ ਸਿਰਫ ਟਾਈਮ ਪਾਸ, ਵਕਤ ਬਤੀਤ ਕਰਨ ਆਉਂਦੇ ਆ, ਇਹ ਤੋਂ ਵੱਧ ਕੁਛ ਨਹੀਂ। ਪਰ ਭਾਈ ਮਰਦਾਨਾ ਜੀ ਵੇਖ ਵੇਖ ਹੈਰਾਨ ਹੁੰਦੇ ਨੇ, ਜਿੰਨੀਆਂ ਇੱਥੇ ਰੂਹਾਂ ਬੈਠੀਆਂ ਨੇ ਜੁੜੀਆਂ ਹੋਈਆਂ, ਆਨੰਦ, ਵਿਸਵਾਸ, ਪ੍ਰੇਮ, ਇਹਨਾਂ ਪਰਬਤਾਂ ਦੇ ਵਿੱਚ ਸਿਰਫ ਇੱਕ ਆਵਾਜ਼ ਗੂੰਜਦੀ ਹੈ, ਉਹ ਰਿਸ਼ੀ ਕਾਗ ਪਸੁੰਡ ਦੀ। ਜਿਨ੍ਹਾਂ ਦੀ ਸ਼ਕਲ, ਜਿਨ੍ਹਾਂ ਦਾ ਰੰਗ, ਜਿਨ੍ਹਾਂ ਦਾ ਆਕਾਰ ਕਾਂ ਵਰਗਾ ਹੈ। ਲੰਬੀ ਆਰਜਾ ਹੈ, ਸੁਣ ਹੈ ਪ੍ਰੀਤ ਸੋ ਸਰਬ ਬਿਹੰਗਾ, ਭਗਤ ਕਰਤ ਜਿਨ ਪ੍ਰੇਮ ਉਮੰਗਾ। ਪ੍ਰੇਮ ਦੀ ਭਗਤੀ ਬੜੇ ਉਤਸ਼ਾਹ ਦੇ ਨਾਲ ਕਰਾ ਰਹੇ ਨੇ। ਨਾਮ ਜਪਾਉਂਦੇ ਆ, ਜਪਦੇ ਆ, ਹਰੀ ਹਰੀ ਬੋਲਦੇ ਆ, ਰਾਮ ਰਾਮ ਕਹਿੰਦੇ ਆ। ਪਿੱਛੇ ਜਿੰਨੇ ਪੰਛੀ ਨੇ, ਬਿਹੰਗ ਦਾ ਅਰਥ ਹੁੰਦਾ ਪੰਛੀ, ਤੇ ਬਿਹੰਗ ਦਾ ਦੂਜਾ ਅਰਥ ਹੁੰਦਾ ਬਿਹੰਗਮ। ਜਿਹਨੇ ਵਿਆਹ ਨਹੀਂ ਕਰਾਇਆ ਉਹਨੂੰ ਸਿੱਖ ਕੌਮ ਦੇ ਵਿੱਚ, ਧਾਰਮਿਕ ਸ਼ਾਸਤਰਾਂ ਦੇ ਵਿੱਚ ਬਿਹੰਗਮ ਕਿਹਾ ਜਾਂਦਾ ਹੈ। ਹੁਣ ਅਣਵਿਆਹੇ ਬੰਦੇ ਨੂੰ ਬਿਹੰਗਮ ਸ਼ਬਦ ਕਿਉਂ? ਕਿਉਂਕਿ ਬਿਹੰਗਮ ਨਾਮ ਹੁੰਦਾ ਪੰਛੀ ਦਾ, ਤੇ ਪੰਛੀ ਨੂੰ ਨਾ ਆਲਣੇ ਦਾ ਫਿਕਰ ਹੁੰਦਾ, ਨਾ ਧੀਆਂ ਪੁੱਤਾਂ ਦਾ ਫਿਕਰ ਹੁੰਦਾ। ਤੇ ਜਿਹੜੇ ਹੁੰਦੇ ਆ ਬਿਹੰਗਮ, ਕਿਉਂਕਿ ਬੜਿਆਂ ਦੇ ਮਨ ਚ ਆਉਂਦਾ ਖਿਆਲ ਵੀ ਸੁਣਿਆ ਫਲਾਣੇ ਡੇਰੇ ਵਿੱਚ ਫਲਾਣੇ ਸੰਤਾਂ ਦੀ ਸੰਗਤ ਵਿੱਚ, ਉਹ ਕਹਿੰਦੇ ਸਾਡੇ ਨਾਲ ਤੇ ਬਿਹੰਗਮ ਸਿੰਘ ਰਹਿੰਦੇ ਆ। ਕਈ ਮਿਲਦੇ ਪੁੱਛਦੇ, ਕਹਿੰਦੇ ਬਾਬਾ ਜੀ ਬਿਹੰਗਮ ਕੀ ਹੁੰਦਾ? ਇਹ ਕਿਹੜਾ ਪੰਥ ਹੈ? ਪੰਥ ਨਹੀਂ, ਧਿਆਨ ਦੇ ਕੇ ਸੁਣੋ, ਕਥਾ ਦੇ ਵਿੱਚ ਹੀ ਇਹ ਸਾਰਾ ਗਿਆਨ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੇ ਆਪਣਾ ਜੀਵਨ ਧਰਮ ਲਈ ਸਾਧੂਆਂ ਦੇ ਲੇਖੇ ਸਤਸੰਗ ਵਿੱਚ ਲਾਇਆ ਹੋਵੇ, ਘਰ-ਬਾਰ ਦੀ ਪਰਵਾਹੀ ਕੋਈ ਨਹੀਂ,
ਉਹਨੂੰ ਕਹਿੰਦੇ ਬਿਹੰਗਮ। ਬੜਾ ਸਤਿਕਾਰਤ ਦਰਜਾ ਏ। ਜੇ ਸਿੱਖ ਪੰਥ ਵਿੱਚ ਗ੍ਰਸਥ ਧਰਮ ਦੀ ਬਹੁਤ ਵੱਡੀ ਮਾਨਤਾ ਏ ਤੇ ਮਰਦ ਨੇ ਕਦੇ ਬਿਹੰਗਮਾਂ ਨੂੰ ਪਿੱਛੇ ਨਹੀਂ ਕੀਤਾ। ਕਦੇ ਪੜ੍ਹਿਓ ਕਾਂਸ਼ੀ ਵਿੱਚ ਸਤਿਗੁਰਾਂ ਨੇ ਬਿਹੰਗਮਾਂ ਨੂੰ ਭੇਜਿਆ ਸੀ ਵਿਦਿਆ ਸਿੱਖਣ ਵਾਸਤੇ, ਵੀ ਸਾਡੇ ਖਾਲਸੇ ਪੰਥ ਵਿੱਚ ਨਿਰਮਲ ਵਿਦਿਆ ਲੈ ਕੇ ਆਓ, ਵਿਚਾਰ ਲੈ ਕੇ ਆਓ, ਕਥਾ ਵਾਰਤਾ ਲੈ ਕੇ ਆਓ। ਬਿਹੰਗਮਾਂ ਦੀ ਦੇਣ ਸੀ। ਇਹ ਜਿੰਨੇ ਬਿਹੰਗਮ ਬੈਠੇ ਆ, ਪੰਛੀਆਂ ਵੱਤ ਸਾਧੂ ਬੈਠੇ ਆ, ਕਹਿੰਦੇ ਰੰਗ ਚ ਭਿੱਜੇ ਆ, ਬੇਪਰਵਾਹ ਨੇ, ਜੱਗ ਦਾ ਫਿਕਰ ਕੋਈ ਨਹੀਂ ਪਤਾ ਪਿੱਛੇ ਕੌਣ ਖੜੇ ਆ। ਤਕਰੀਬਨ 2 ਤੋਂ 2.5 ਘੰਟੇ ਕਥਾ ਚੱਲਦੀ ਰਹੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਬੜੇ ਆਨੰਦ 'ਚ ਖੜੇ ਆ ਜੀ, ਬੜੇ ਆਨੰਦ 'ਚ। ਇੱਥੇ ਤੇ ਆਪਾਂ ਨੂੰ ਫਿਕਰ ਪੈ ਜਾਂਦਾ ਕਿਸੇ ਦੇ ਭੋਗ ਤੇ ਜਾਈਏ, ਪਾਠ ਤੇ ਜਾਈਏ, ਪਹਿਲਾਂ ਹੀ ਸਲਾਹ ਕਰਕੇ ਚੱਲਦੇ ਆ ਵੀ ਜਦੋਂ ਬਾਬੇ ਆਨੰਦ ਸਾਹਿਬ ਪੜ੍ਹਨਗੇ ਨਾ ਉਦੋਂ ਚੱਲਾਂਗੇ। ਇੰਨੀ ਦੇਰ ਕਿਹੜਾ ਬੈਠੂਗਾ, ਕਿਹੜਾ ਸੁਣੂ ਕੀਰਤਨ, ਕਿਹੜਾ ਸੁਣੂ ਕਥਾ। ਕਿਉਂਕਿ ਅਸਲੀ ਜਿਹੜਾ ਕੰਮ ਹੋਣਾ ਉਦੋਂ ਤਾਂ ਆਪਾਂ ਵਾਂਝੇ ਰਹਿਣਾ ਹੀ ਨਹੀਂ। ਆਖੋ ਸਤਿਨਾਮ। ਜਦੋਂ ਛਕਣ ਛਕਾਉਣ ਦਾ ਕੰਮ ਹੋਣਾ ਤੇ ਆਪਾਂ ਸਭ ਤੋਂ ਪਹਿਲਾਂ ਬਹਿਣਾ। ਪਰ ਇੱਥੇ ਉਹ ਰੂਹਾਂ ਬੈਠੀਆਂ ਸੀ ਜੋ ਪੌਣਾਹਾਰੀ ਨੇ, ਜਿਨ੍ਹਾਂ ਨੂੰ ਰੋਟੀ ਦੀ ਭੁੱਖ ਨਹੀਂ, ਪਾਣੀ ਦੀ ਪਿਆਸ ਨਹੀਂ, ਕਿਸੇ ਦਾ ਦੁੱਖ ਨਹੀਂ, ਅੱਤ ਦੀ ਸਰਦੀ ਨਹੀਂ ਸਤਾਉਂਦੀ, ਬਰਫਾਂ 'ਚ ਬੈਠੇ। ਸਿਰਫ ਧਿਆਨ ਇੱਕ ਦੇ ਬਚਨਾਂ ਵੱਲ ਹੈ, ਇਕਾਗਰ ਚਿੱਤ। ਤੇ ਉਧਰੋਂ ਸੁਣਾਉਣ ਵਾਲੇ ਵੀ ਨੇ ਇਕਾਗਰ ਨੇ, ਕਾਗ ਪਸੰਦ। ਇਹਨਾਂ ਰੂਹਾਂ ਨੂੰ ਰੱਬ ਦੀ ਵਾਰਤਾ, ਰੱਬ ਦੀ ਬੰਦਗੀ ਤੇ ਪ੍ਰੇਮ ਸਿਖਾਉਂਦੇ ਆ। ਕਹਿੰਦੇ ਕਈ ਘੰਟਿਆਂ ਤੱਕ ਕਿਸੇ ਨੇ ਚੌਂਕੜਾ ਖੋਲਿਆ ਨਾ। ਵੈਸੇ ਜਾਏ ਤਹਾਂ ਸੁਖ ਕਰੇ, ਮੈਂ ਮਰਦਾਨਾ ਜਿਨ ਸੰਘਾਰੇ। ਭਾਈ ਬਾਲਾ ਜੀ ਆਖਣ ਲੱਗੇ ਸਾਨੂੰ ਗੁਰੂ ਪਾਤਸ਼ਾਹ ਨੇ ਇਸ਼ਾਰਾ ਕੀਤਾ, ਬਾਲਿਆ ਬੈਠ ਜਾਓ, ਸਤਸੰਗ ਹੋ ਰਹੀ ਹੈ, ਸੁਣ ਲਈਏ ਰੱਬ ਦੀ ਗੱਲ। ਸੱਚੀ ਗੱਲ ਹੈ ਜੀ। ਜੱਟੇ ਮਰਦੀ ਸਾਡੀ ਕੌਮ ਦੇ ਮਹਾਨ ਕੋਈ ਕਥਾ ਵਾਚਕ ਬਣ ਜੇ, ਮੈਂ ਵੀ ਵਿੱਚ ਹੀ ਹਾਂ। ਕੋਈ ਹੋਰ ਕਥਾ ਕਰਦਾ ਹੋਵੇ ਸਾਡੇ ਤੋਂ ਨਹੀਂ ਸੁਣੀ ਜਾਂਦੀ, ਔਖਾ ਹੈ। ਕੋਈ ਕੀਰਤਨ ਕਰਦਾ ਹੋਵੇ ਨਾ, ਰਾਗੀਆਂ ਨੂੰ ਬਸ ਆਪਣੀ ਸਮਾਪਤੀ ਕੀਤੀ ਭੱਜਣ ਦੀ ਗੱਲ ਹੁੰਦੀ, ਕਿਉਂਕਿ ਚੁੱਭਦਾ ਦੂਜੇ ਦਾ ਕੀਰਤਨ। ਇੱਕ ਕੌੜਾ ਸੱਚ ਹੈ, ਇੱਕ ਪਾਠੀ ਪਾਠ ਕਰੇ ਤੇ ਦੂਜਾ ਬਹਿ ਕੇ ਸੁਣ ਨਹੀਂ ਸਕਦਾ। ਕਹਿੰਦਾ ਮੈਂ ਕਿਉਂ ਸੁਣਾ, ਇਹ ਤਾਂ ਗਲਤ ਪਾਠ ਕਰਦਾ। ਇਹ ਗੱਲਾਂ ਧਰਮ 'ਚ ਨਹੀਂ, ਸੰਸਾਰ 'ਚ ਵੀ ਹੈ। ਇੱਕ ਟੇਲਰ ਦਾ ਸੂਟ ਦੂਜੇ ਕੋਲ ਲੈ ਜਾਓ, ਕਹਿੰਦਾ ਲੈ ਨਾਸ ਮਾਰ ਕੇ ਰੱਖ ਤਾਂ ਮੇਰੇ ਕੋਲੋਂ ਮੈਂ ਬਣਾ ਦਿੰਦਾ। ਇੱਕ ਮਿਸਤਰੀ ਦੀ ਕਮਜ਼ੋਰੀ, ਖੋਟ ਦੂਜਾ ਕੱਢਦਾ, ਭਾਵੇਂ ਕੰਮ ਪਰਫੈਕਟ ਵਧੀਆ ਹੋਵੇ, ਉਹਨੇ ਕਹਿਣਾ ਨਹੀਂ ਕੰਮ ਹੀ ਖਰਾਬ ਕਰਾ ਲਿਆ, ਇੱਥੇ ਆਉਂਦੇ ਮੇਰੇ ਕੋਲ। ਸੁਭਾਵਿਕ ਹੈ, ਮਨੁੱਖ ਨਾਲ ਹੇਟ ਕਰਦਾ ਹੈ। ਆ ਸਿਮਰਨ ਕਰਨ ਵਾਲੇ ਸਾਡੀ ਕੌਮ 'ਚ ਕਿੰਨੇ ਧੜੇ ਆ। ਮੈਂ ਕਹਿੰਦਾ ਜੀ ਇੱਕ ਦੂਜੇ ਤੋਂ ਜ਼ਹਿਰ ਸੁੱਟਦੇ ਆ, ਬੰਦਗੀ ਵੀ ਕਰਦੇ ਆ, ਨਾਮ ਵੀ ਜਪਦੇ ਆ, ਕਿੱਡਾ ਚੰਗਾ ਕੰਮ ਹੈ। ਪਰ ਉਹ ਦੂਜੇ ਨੂੰ ਸਿਮਰਨ ਕਰਦਾ ਵੇਖ ਬਰਦਾਸ਼ਤ ਹੀ ਨਹੀਂ ਕਰ ਸਕਦੇ। ਕਹਿੰਦੇ ਮਾਏ ਅਵਸ ਅਸੀਂ ਹੋਈਆਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਬੈਠ ਜਾ, ਸਤਸੰਗ ਹੁੰਦੀ ਆ, ਰੱਬ ਦੇ ਗੀਤ ਗਾਏ ਜਾ ਰਹੇ ਨੇ। ਕਿਉਂ ਬੈਠੇ ਆ? ਕਿਉਂਕਿ ਸੁਣਾਉਣ ਵਾਲੇ ਦੇ ਪੱਲੇ ਕੁਝ ਹੈ। ਮੇਰੇ ਵਰਗਾ ਨਹੀਂ ਸੀ। ਆਖੋ ਸਤਿਨਾਮ। ਗੁਰੂ ਨਾਨਕ ਕਹਿਣ ਬਹਿ ਜਾ ਬਈ, ਬੜੀ ਸੋਹਣੀ ਕਥਾ। ਨਹੀਂ, ਰੂਹ ਸੀ ਭਿੱਜੀ ਹੋਈ। ਗੁਰੂ ਸਾਹਿਬ ਨੇ ਚੌਂਕੜਾ ਲਾ ਲਿਆ ਜੀ, ਪਿੱਛੇ ਹੀ ਬਹਿ ਗਏ। ਇਹ ਹੁੰਦੀ ਹੈ ਇਬਾਦਤ। ਤੇ ਮੇਰੇ ਵਰਗਾ ਮੂਰਖ ਬੰਦਾ ਸਭ ਤੋਂ ਬਾਅਦ ਵਿੱਚ ਆਊਗਾ ਤੇ ਬੈਠੂ ਸਾਰਿਆਂ ਤੋਂ ਅੱਗੇ। ਉਹਦੇ ਨਾਲ ਕੀ ਪਾਪ ਕੀ ਹੈ? ਪਾਪ ਇਹ ਹੈ ਵੀ ਜਿਹੜੇ ਇਬਾਦਤ ਵਿੱਚ ਬੈਠੇ ਸੀ, ਬੰਦਗੀ 'ਚ ਬੈਠੇ ਸੀ ਨਾ, ਉਹਨਾਂ ਦਾ ਧਿਆਨ ਤੇਰੇ ਵੱਲ ਗਿਆ, ਉਹਨਾਂ ਦੀ ਸੁਰਤ ਟੁੱਟ ਗਈ। ਇਸੇ ਕਰਕੇ ਸਤਸੰਗ ਵਿੱਚ ਜਦ ਵੀ ਆਉਣਾ ਹੈ 5 ਮਿੰਟ ਪਹਿਲਾਂ ਆ ਜਾਓ, ਕੋਈ ਫਰਕ ਨਹੀਂ ਹੁੰਦਾ, ਚੰਗਾ ਹੀ ਹੈ। ਕਿਉਂਕਿ ਕੀਰਤਨ ਦੀ ਗੱਲ ਹੋ ਰਿਹਾ ਹੈ। ਕੀਰਤਨ ਦੇ ਵਿੱਚ ਸੁਰਾਂ ਵੱਜਦੀਆਂ, ਤਬਲਾ ਢੋਲਕੀ ਵੱਜਦੀ ਹੈ, ਇਸ ਕਰਕੇ ਇਕਾਗਰਤਾ ਛੇਤੀ ਬਣ ਜਾਂਦੀ ਹੈ। ਪਰ ਕਥਾ 'ਚ ਜੇ ਇੱਕ ਵਾਰ ਵੀ ਕੋਈ ਬੋਲ ਪਿਆ ਨਾ, ਕਿਤੇ ਵੀ ਹੁੰਦੀ ਹੋਵੇ, ਕਿਸੇ ਤਖਤ ਤੇ ਹੋਵੇ, ਕਿਸੇ ਸਥਾਨ ਤੇ ਹੋਵੇ, ਸੁਣਾਉਣ ਵਾਲਾ ਮੁੜ ਕੇ ਸੁਰਤ ਇਕਾਗਰ ਕਰ ਹੀ ਨਹੀਂ ਸਕਦਾ। ਤੇ ਜੇ ਸੁਣਾਉਣ ਵਾਲੇ ਦਾ ਆਨੰਦ ਟੁੱਟ ਗਿਆ ਤੇ ਸੁਣਨ ਵਾਲੇ ਦਾ ਕਿੱਥੋਂ ਪੈਣਾ? ਇਹ ਇਕਾਗਰਤਾ ਬਹੁਤ ਮੰਗਦੀ ਹੈ। ਇਸ ਲਈ ਸ਼ਾਂਤ ਤੇ ਪੀਸਫੁਲੀ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਖੜਾਵਾਂ ਦੀ ਆਵਾਜ਼ ਵੀ ਨਹੀਂ ਕੀਤੀ, ਪਿੱਛੇ ਹੀ ਬਹਿ ਗਏ। ਅੱਗੇ ਵੀ ਜਾ ਕੇ ਬਹਿ ਸਕਦੇ ਆ, ਅਸੀਂ ਗੁਰੂ ਹੁੰਨੇ ਆ, ਲੋਕੀ ਸਾਨੂੰ ਰੱਬ ਜੀ ਕਹਿੰਦੇ ਆ, ਪਰ ਨਹੀਂ, ਐਡੀ ਵੱਡੀ ਨਿਮਰਤਾ ਉਸ ਪਾਤਸ਼ਾਹ ਦੀ। ਕਾਗ ਪਸੁੰਡ ਕਥਾ ਕਰਦੇ ਆ ਤੇ ਗੁਰੂ ਬਾਬਾ ਜੀ ਪਿੱਛੇ ਹੀ ਬਹਿ ਗਏ। ਕਹਿੰਦੇ ਬੈਠਣ ਲੱਗੇ ਵੀ ਇਹ ਨਹੀਂ ਪਤਾ ਲੱਗਣ ਦਿੱਤਾ ਵੀ ਕੋਈ ਆਇਆ। ਕਿੱਡਾ ਵੱਡਾ ਪੁੰਨ ਹੈ। ਮੇਰੇ ਵਰਗਾ ਤੇ ਪ੍ਰਕਰਮਾ ਕਰਕੇ ਗੇੜਾ ਮਾਰ ਕੇ ਵਿਖਾਉਂਦਾ, ਵੇਖ ਲਓ ਆ ਗਿਆ, ਐਵੇਂ ਨਾ ਸੜੀ ਜਾਇਓ ਵੀ ਅੱਜ ਨਹੀਂ ਆਇਆ, ਅੱਜ ਨਵੇਂ ਕੱਪੜੇ ਪਾਏ, ਅੱਜ ਤੂੰ ਪ੍ਰਕਰਮਾ। ਅਸੀਂ ਇੱਥੇ ਖੜੇ ਬੰਦਗੀ ਵਾਲਿਆਂ ਦੀ ਨਿਸ਼ਾਨੀ ਹੈ। ਉਹ ਚੱਲਦੀ ਕਥਾ ਦੇ ਵਿੱਚ ਕਦੇ ਪ੍ਰਕਰਮਾ ਨਹੀਂ ਕਰਦੇ, ਉੱਠ ਕੇ ਬਾਅਦ ਚੁਕਾ ਲੈਂਦੇ ਵੀ ਕਿਸੇ ਦੀ ਸੁਰਤ ਨਾ ਟੁੱਟੇ, ਕਿਸੇ ਦਾ ਧਿਆਨ ਨਾ ਵਿਖਰੇ। ਧੰਨ ਗੁਰੂ ਨਾਨਕ ਪਾਤਸ਼ਾਹ, ਉਹਨਾਂ ਸਾਨੂੰ ਇਸ਼ਾਰਾ ਕੀਤਾ, ਸੀ ਉਸੇ ਥਾਂ ਤੇ ਬਹਿ ਗਏ। ਕਹਿੰਦੇ ਬੜੀ ਦੇਰ ਤੱਕ ਚੌਂਕੜਾ ਲਾ ਕੇ ਮਰਜ ਬੈਠੇ ਰਹੇ, ਨੇਤਰ ਬੰਦ ਕਰਕੇ। ਕਾਗ ਪਸੁੰਡ ਸੁਣਾਉਂਦੇ ਰਹੇ, ਗੁਰੂ ਪਾਤਸ਼ਾਹ ਸੁਣਦੇ ਰਹੇ, ਬਾਕੀ ਵੀ ਸੰਗਤ ਰੂਪ ਵਿੱਚ ਸੁਣਦੇ ਆ। ਭਾਈ ਵਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਰਜ ਬੜਾ ਆਨੰਦ ਆਇਆ, ਜਿਉਂ ਸੁਣੇ ਰੱਬ ਦੇ ਗੁਣ, ਪਰਮਾਤਮਾ ਦੇ ਗੀਤ। ਗੁਰੂ ਨਾਨਕ ਦੇ ਘਰ ਦੀ ਕਥਾ ਤੇ ਐਸੀ ਹੈ, ਆਪਾ ਭੁਲਾ ਦਿੰਦੀ ਹੈ, ਹੋਸ਼ ਭੁਲਾ ਦਿੰਦੀ ਹੈ। ਕਹਿੰਦੇ ਪਤਾ ਹੀ ਨਹੀਂ ਚੱਲਿਆ ਸਮਾਂ ਕਦੋਂ ਬਤੀਤ ਹੋ ਗਿਆ। ਕਈ ਘੰਟੇ ਹੋਰ ਸਾਨੂੰ ਉੱਥੇ ਗੁਜ਼ਰ ਗਏ। ਕਥਾ ਕਰਨ ਤੇ ਹਟ ਗਾ ਜਬ ਹੀ, ਇਹ ਬੰਦਤ ਭੇ ਮਿਲ ਖਗ ਸਭ ਹੀ। ਜਿਸ ਵੇਲੇ ਕਹਿੰਦੇ ਉਹਨਾਂ ਮਹਾਂਪੁਰਖਾਂ ਨੇ ਜੋ ਕਾਂ ਦੇ ਰੂਪ ਵਿੱਚ ਬੈਠੇ ਆ, ਬਹੁਤ ਵੱਡੇ ਸਰੀਰ ਵਿੱਚ, ਕਥਾ ਸਮਾਪਤ ਕੀਤੀ। ਕਹਿੰਦੇ ਜਿੰਨੀਆਂ ਰੂਹਾਂ ਬੈਠੀਆਂ ਸੀ ਸਭ ਇੱਕ ਦੂਜੇ ਨੂੰ ਮਿਲੇ, ਆਪਣੇ ਹਿਸਾਬ ਦੀ ਫਤਿਹ ਬੁਲਾਈ ਆਪਣੇ ਜ਼ਮਾਨੇ ਤੇ ਆਪਣੇ ਗੁਰੂ ਨੂੰ ਮੱਥਾ ਟੇਕਿਆ। ਪਰ ਆਪਣਾ ਤੇ ਬਹੁਤ ਬੁਰਾ ਹਾਲ ਹੈ ਸੱਚੀ। ਸਮਾਪਤੀ ਦੇ ਨੋਟ ਕਰਿਓ, ਏਦਾਂ ਨਿਕਲ ਕੇ ਜਾਂਦੇ ਆ ਇਧਰੋਂ। ਬਸ ਇੱਕ ਵਾਰ ਹੋਵੇ ਵੀ ਦੋਹਰਾ ਸਗਲ ਦੁਆਰ ਕੋ ਛੱਡ ਕੇ, ਜਿਵੇਂ ਨਾ ਥੀਏਟਰ 'ਚ ਨੰਬਰਿੰਗ ਆਉਂਦੀ ਆ ਨਾ ਵੀ ਫਿਲਮ ਖਤਮ ਹੋ ਗਈ, ਕੋਈ ਨਹੀਂ ਮੱਥਾ ਟੇਕਦਾ। ਬਸ ਜਿਵੇਂ ਨਾ ਵਿਚਾਰੇ ਔਖੇ ਜਿਹੇ ਬੈਠੇ ਹੁੰਦੇ ਵੀ ਸ਼ੁਕਰ ਆ ਖਹਿੜਾ ਛੁੱਟ ਗਿਆ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੇ ਨਾ। ਜਦ ਵੀ ਕਿਤੇ ਵੀ ਕੱਲਾ ਇੱਥੇ ਨਹੀਂ, ਕਥਾ ਵਿੱਚੋਂ ਕੀਰਤਨ ਵਿੱਚੋਂ ਉੱਠ ਕੇ ਜਾਂਦੇ ਹੋ, ਸਤਿਗੁਰਾਂ ਨੂੰ ਮੱਥਾ ਟੇਕ ਨਮਸਕਾਰ ਕਰਕੇ ਫਿਰ ਜਾਇਆ। 30 ਸੈਕਿੰਡ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਬਾਹਰ ਵੀ ਤੇ ਗੱਲਾਂ ਹੀ ਕਰਨੀਆਂ ਹੁੰਦੀਆਂ ਖੜ ਕੇ, ਕੋਈ ਜੋੜੇ ਘਰ ਖੜਾ ਕਰੀ ਜਾਂਦਾ, ਕੋਈ ਟੂਟੀਆਂ ਤੇ ਬੋਲਦਾ, ਕੋਈ ਸਕੂਟਰਾਂ ਕੋਲ ਖੜਾ ਬੋਲੀ ਜਾਂਦਾ। ਉੱਥੇ ਵੀ ਤੇ ਖੜਨਾ ਹੀ ਹੈ, ਉੱਥੇ ਅੱਧਾ ਘੰਟਾ ਖੜੇ ਰਹਿਣਗੇ। ਪਰ ਜਦੋਂ ਕਥਾ ਦੀ ਸਮਾਪਤੀ ਹੋ ਗਈ, ਸਮਾਪਤੀ ਹੁੰਦੀ ਨਹੀਂ, ਪਹਿਲਾਂ ਹੀ ਝੋਲਾ ਚੁੱਕ ਲੈਂਦੇ। ਇੱਥੇ ਨਹੀਂ, ਸਾਰਾ ਕਿਤੇ ਇਹੀ ਕੁਛ ਹੈ। ਇਹ ਹੈ ਕਲਯੁਗ ਦੀ ਬਿਰਤੀ। ਕਹਿੰਦੇ ਜਿਸ ਵੇਲੇ ਨਾ ਕਾਗ ਪਸੁੰਡ ਜੀ ਨੇ ਕਥਾ ਕੀਤੀ ਸਮਾਪਤ, ਕਥਾ ਕਹਿੰਦੇ ਰੱਬ ਦੇ ਗੀਤਾਂ, ਉਹਦੀ ਮਹਿਮਾ ਨੂੰ, ਸਿਫਤ ਨੂੰ, ਸਾਧੂ ਜਨ ਬੈਠੇ ਰਹੇ। ਕਹਿੰਦੇ ਉਹ ਵੀ ਨਾ ਉੱਠੇ। ਬੜੀ ਦੇਰ ਤੱਕ ਨਜ਼ਰ ਭਰ ਕੇ ਵੇਖਦੇ ਰਹੇ ਕਿ ਕਿਹੜੀਆਂ ਕਿਹੜੀਆਂ ਮੂਰਤਾਂ ਬੈਠੀਆਂ ਨੇ, ਕਿਹਨਾਂ ਦੀ ਸੁਰਤ ਇਕਾਗਰ ਸੀ। ਕਿਉਂਕਿ ਕਾਗ ਪਸੁੰਡ ਇੱਕ ਬ੍ਰਹਮ ਗਿਆਨੀ ਮਹਾਂਪੁਰਖ ਹੈ। ਰੱਬ ਦੀ ਭਗਤੀ ਕਰਕੇ ਰੱਬ ਵਰਗਾ ਹੋ ਗਿਆ ਸੀ। ਸੁਣਨ ਵਾਲਿਆਂ ਨੇ ਮੱਥਾ ਟੇਕਿਆ, ਗੁਰੂ ਮੰਨਦੇ ਆ ਉਹਨੂੰ ਆਪਣਾ, ਉਹਨੂੰ ਨਮਸਕਾਰ ਹੋਈ ਹੈ। ਬਹੋਰੋ ਕੀਤਕ ਕਾਲ ਬਿਤਾਵਾ, ਸ਼ਬਦ ਤਬ ਹੈ ਮਰਦਾਨੀ ਗਾਵਾ। ਕਥਾ ਦੀ ਸਮਾਪਤੀ ਤੋਂ ਬਾਅਦ ਕਾਗ ਪਸੁੰਡ ਜੀ ਚੌਂਕੜਾ ਲਾ ਕੇ ਬੈਠੇ ਰਹੇ ਬੜੀ ਦੇਰ ਤੱਕ, ਕਿਉਂਕਿ ਆਨੰਦ ਹੈ ਇਹ। ਤੁਸੀਂ ਕਥਾ ਕੀਰਤਨ 'ਚ ਕਈ ਵਾਰ ਨਾ ਸੁਣ ਕੇ ਇੰਨਾ ਆਨੰਦ ਬਣਿਆ ਹੁੰਦਾ, ਜੀ ਨਹੀਂ ਕਰਦਾ ਉੱਠਣ ਦਾ, ਪਰ ਨਾਲ ਦੇ ਕਹਿੰਦੇ ਆ ਚੱਲੀਏ, ਲੇਟ ਹੋ ਜਾਂਦੇ। ਪਰ ਇੱਕ ਬੇਪਰਵਾਹ ਹੋਇਆ, ਨੇਤਰ ਬੰਦ ਕਰੀ ਬੈਠਾ, ਕਹਿੰਦਾ ਸਰੂਰ ਆ ਰਹੀ ਹੈ, ਆਨੰਦ ਆਉਂਦਾ ਹੈ, ਰਸ ਆਉਂਦਾ ਹੈ। ਕਾਗ ਪਸੁੰਡ ਨਾ ਉੱਠੇ ਤੇ ਉਹਨਾਂ ਦੇ ਸੇਵਕ ਵੀ ਨਾ ਉੱਠੇ ਸੁਣਨ ਵਾਲੇ। ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਤੇ ਰਸ 'ਚ ਬੈਠੇ ਆ, ਆਨੰਦ 'ਚ ਬੈਠੇ ਆ, ਬੈਠੇ ਰਹਿਣ ਦਿਓ। ਮਰਦ ਨੇ ਇਸ਼ਾਰਾ ਕੀਤਾ, ਮਰਦਾਨਿਆ ਰਬਾਬ ਬਜਾ ਸਤਿਨਾਮ, ਆਨੰਦ 'ਚ ਜੁੜੇ ਆ। ਇਸ ਆਨੰਦ ਨੂੰ ਬਰਕਰਾਰ ਕਰੀਏ। ਮੀਂਹ ਵਰੇ ਰਸ ਦਾ। ਭਾਈ ਮਰਦਾਨਾ ਜੀ ਨੇ ਜਦੋਂ ਰਬਾਬ ਦੀਆਂ ਸੁਰਾਂ ਛੇੜੀਆਂ, ਗੁਰੂ ਸਾਹਿਬ ਕਹਿੰਦੇ ਮਰਦਾਨੇ ਅੱਜ ਤੂੰ ਹੀ ਗਾਏਗਾ, ਅਸੀਂ ਵੀ ਸੁਣਾਂਗੇ। ਹੁਕਮ ਹੋ ਗਿਆ, ਇਸ਼ਾਰਾ ਹੀ ਸੀ ਬਸ। ਭਾਈ ਮਰਦਾਨਾ ਜੀ ਨੇ ਜਦੋਂ ਰਬਾਬ ਤੇ ਸੁਰ ਲਾਇਆ, ਹੱਥ ਰੱਖਿਆ, ਇੰਨੀ ਪਿਆਰੀ ਆਵਾਜ਼ ਉੱਠੀ ਹੈ, ਕਹਿੰਦੇ ਪਰਬਤ ਗੂੰਜਣ ਲੱਗ ਪਏ ਰਬਾਬ ਨਾਲ। ਪਰ ਦੇਖੋ ਜੁੜਿਆ ਹੋਇਆਂ ਦੀ ਬੰਦਗੀ, ਅੱਖ ਖੋਲ ਕੇ ਨਹੀਂ ਵੇਖਿਆ ਵੀ ਕਿੱਥੋਂ ਆ ਗਈ ਰਬਾਬ, ਇੱਥੇ ਤੇ ਕਿਸੇ ਕੋਲ ਹੈ ਨਹੀਂ, ਕੌਣ ਆ ਗਿਆ।
ਤੇ ਜਿਹੜਾ ਸਟੇਜ ਤੇ ਬੈਠਾ ਉਹਦਾ ਵੀ ਧਿਆਨ ਨਹੀਂ, ਉਹ ਰਸ 'ਚ ਬੈਠੇ ਆ। ਇਹਨੂੰ ਕਹਿੰਦੇ ਆਨੰਦ। ਸਾਡੇ ਕੋਲ ਦੁਨਿਆਵੀ ਆਨੰਦ ਹੈ ਕਿਵੇਂ ਆ? ਭਰਜਾਈ 'ਚ ਬੈਠੇ ਆ, ਭਾਵੇਂ ਸਵੇਰ ਦੇ 5 ਵਜੇ ਦੇ ਉੱਠੇ ਆ, 6 ਵਜੇ ਦੇ ਉੱਠੇ ਆ, ਯਾਰ ਜੀ ਜਾਈ ਨਹੀਂ ਕਰਦਾ ਬਾਹਰ ਨਿਕਲਣ। ਵੇਖ ਲਈਦਾ 15 ਮਿੰਟ ਹੋਰ, 20 ਮਿੰਟ ਹੋਰ, 25 ਮਿੰਟ ਹੋਰ, ਉਹ ਹੈ ਦੁਨਿਆਵੀ ਆਨੰਦ। ਤੇ ਬੰਦਗੀ ਵਾਲਿਆਂ ਦਾ ਆਨੰਦ ਏਦਾਂ ਹੀ ਹੁੰਦਾ, ਜਦੋਂ ਅੰਦਰੋਂ ਜੁੜੇ ਹੁੰਦੇ ਆ ਨਾ, ਜੀ ਕਰਦਾ ਹੋਰ 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 ਬੈਠਾ, ਹੋਰ ਬੈਠਾ। ਉਹ ਇਹ ਨਹੀਂ ਵੇਖਦੇ ਵੀ ਫਲ ਕਿਹੜੇ ਦਰਖਤ ਦਾ, ਕਿਵੇਂ ਦਾ। ਉਹ ਕਹਿੰਦੇ ਰਸ ਲਓ, ਰਸ ਆਨੰਦ ਲਓ। ਜਿਸ ਵੇਲੇ ਰਬਾਬ ਵੱਜੀ ਆ, ਰਬਾਬ ਦੀਆਂ ਧੁਨਾਂ ਛੜੀਆਂ ਪਰਬਤਾਂ ਵਿੱਚ ਗੂੰਜਣ ਲੱਗੀਆਂ ਨਾ, ਕਿਸੇ ਨੇ ਅੱਖ ਖੋਲੀ ਹੋਈ ਆ, ਰਬਾਬ ਦੀਆਂ ਸੁਰਾਂ ਦੇ ਨਾਲ ਆਪਣਾ ਮਨ ਜੋੜ ਲਿਆ। ਦੋਹਰ ਸੁਨਤ ਸ਼ਬਦ ਭਾ ਪ੍ਰੇਮ ਤੇ ਜਨ ਰਾਕਾ ਸਸ ਦੇਖ। ਜਦੋਂ ਕਹਿੰਦੇ ਪ੍ਰੇਮ ਦੇ ਸ਼ਬਦਾਂ ਵਿੱਚ ਗਾ ਕੇ ਭਾਈ ਮਰਦਾਨਾ ਜੀ ਨੇ ਆਵਾਜ਼ ਸੁਰ ਉੱਚੀ ਲਾਈ, ਇੰਨੇ ਮਧੁਰ ਬੋਲ, ਮਿੱਠੇ ਬੋਲ, ਕੰਨਾਂ ਵਿੱਚ ਮਿਸ਼ਰੀ ਘੋਲ ਰਹੇ ਸੀ। ਕਹਿੰਦੇ ਹੈਰਾਨ ਹੋ ਗਏ ਵੀ ਰਸ ਆ ਕਿੱਥੋਂ ਰਿਹਾ ਹੈ, ਆਨੰਦ ਆ ਕਿੱਥੋਂ ਰਿਹਾ ਹੈ, ਸਮਝ ਹੀ ਨਹੀਂ ਆ ਰਿਹਾ। ਹੁਣ ਭਾਈ ਮਰਦਾਨਾ ਜੀ ਦੀ ਆਵਾਜ਼ ਬਹੁਤ ਉੱਚੀ ਹੈ ਤੇ ਬੜੀ ਮਿੱਠੀ ਹੈ, ਕਿਉਂਕਿ ਤਾਨ ਸੈਨ ਤੇ ਹਰੀ ਸੈਨ ਦੇ ਵੱਡਿਆਂ ਦੇ ਗੁਰੂ ਨੇ ਭਾਈ ਮਰਦਾਨਾ। ਜਦੋਂ ਸੁਰਾਂ ਦੇ ਵਿੱਚ ਆ ਕੇ ਗਾਇਆ ਨਾ, ਰਾਗੀ ਉਹਨੂੰ ਕਹਿੰਦੇ ਜਿਹੜਾ ਰਾਗ ਵਿੱਚ ਗਾਵੇ, ਜਿਹੜਾ ਗੀਤਾਂ ਦੀ ਤਰਜ਼ ਤੇ ਗਾਵੇ, ਉਹ ਰਾਗੀ ਨਹੀਂ ਹੁੰਦਾ, ਉਹਨੂੰ ਕੀਰਤਨੀਆ ਕਹਿ ਸਕਦੇ ਆ। ਰਾਗੀ ਨਹੀਂ, ਰਾਗੀ ਸਿਰਫ ਉਹ ਹੈ ਜਿਹਨੂੰ 31 ਰਾਗਾਂ ਦਾ ਗਿਆਨ ਹੈ। ਉਹ ਤੋਂ ਵੱਧ ਜਿੰਨੇ ਮਰਜ਼ੀ ਹੋ, 31 ਜਿਹਨੂੰ ਕੰਠ ਹੋਣ ਨਾ, ਵੀ ਕਿਹੜੇ ਵੇਲੇ ਕਿਹੜਾ ਰਾਗ ਗਾਇਆ ਜਾਂਦਾ, ਉਹਨੂੰ ਕਿਹਾ ਜਾਂਦਾ ਰਾਗੀ ਸਿੰਘ। ਤੇ ਜਿਹੜਾ ਹਰ ਗੀਤ ਦੀ ਤਰਜ਼ ਤੇ ਗਾ ਲਵੇ, ਉਹਨੂੰ ਕਹਿੰਦੇ ਕੀਰਤਨੀਆ। ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਭਾਈ ਮਰਦਾਨਾ ਜੀ ਨੇ ਕਹਿੰਦੇ ਪਿਆਰ ਵਿੱਚ ਰਾਗ ਦੇ ਵਿੱਚ ਸ਼ਬਦ ਗਾਇਆ, ਬੜੀ ਭਾਵਨਾ ਚ ਵਿੱਚ ਗਏ, ਗਾਉਂਦੇ ਰਹੇ, ਗਾਉਂਦੇ ਰਹੇ, ਅੱਧਾ ਪੌਣਾ ਘੰਟਾ ਗਾਉਂਦੇ ਰਹੇ। ਸੁਣਨ ਵਾਲੇ ਵੀ ਮੰਤਰ ਮੁਗਧ ਤੇ ਸੁਣਾਉਣ ਵਾਲਾ ਵੀ ਆਪਾ ਭੁੱਲ ਗਿਆ ਏ। ਵਧਿਆ ਆਨੰਦ ਦਦ ਅਦਕ ਲਗੇ ਸਮਾਦ ਵਸੀਖ। ਸ਼ਬਦ ਦੀਆਂ ਧੁਨਾਂ ਕਹਿੰਦੇ ਐਸੀ ਅਵਸਥਾ 'ਚ ਲੈ ਗਈਆਂ, ਸਮਾਧੀ ਲੱਗ ਗਈ। ਸਮਾਧੀ, ਸਮਾਧੀ ਕਿਹਨੂੰ ਕਹਿੰਦੇ ਆ? ਜਿੱਥੇ ਸਮੇਂ ਦਾ ਹੀ ਨਾ ਪਤਾ ਲੱਗੇ ਵੀ ਕਿੰਨੇ ਵਜੇ ਬੈਠੇ ਸੀ ਤੇ ਕਿੰਨੇ ਵੱਜ ਗਏ, ਕੋਈ ਖਿਆਲ ਹੀ ਨਾ ਆਵੇ ਮੈਂ ਕਿਤੇ ਜਾਣਾ ਹੈ, ਮੈਂ ਕੌਣ? ਸਮਾਧੀ। ਕਾਗ ਪਸੁੰਡ ਜੀ ਦੇ ਸਮੇਤ ਜਿੰਨੇ ਸਰੋਤੇ ਬੈਠੇ ਸੀ ਸਮਾਧੀ 'ਚ ਮਗਨ ਹੋ ਗਏ। ਇੱਥੋਂ ਤੱਕ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਵੀ ਸਮਾਧੀ ਲੱਗ ਗਈ। ਆਖੋ ਸਤਿਨਾਮ। ਕੈਸੀ ਤਾਰ ਛੇੜਦੇ ਹੋਣਗੇ ਭਾਈ ਮਰਦਾਨਾ, ਜਦੋਂ ਤਾਰ ਛੇੜਦੇ ਸੀ ਤਾਂ ਸੁੰਨ ਸਮਾਧੀ ਕਰਦੇ, ਸੁੰਨ ਸਮਾਧੀ ਆਪ। ਪਿਆਰ ਦੇ ਵਿੱਚ ਲੰਮਾ ਸਮਾਂ ਬਤੀਤ ਹੋਇਆ, ਰੱਬ ਦੇ ਪਰਥਾਏ ਅੰਮ੍ਰਿਤ ਬਚਨ ਗਾਇਆ ਏ। ਜੋ ਪਈ ਗਾਇਓ ਕਿਤਕ ਕਾਲ ਮਰਦਾਨੇ, ਉਨ ਤੂਸ਼ਨ ਬੈਸਿਓ ਤੇ ਥਾਨੇ। ਆਖਿਰਕਾਰ ਸਤਿਗੁਰਾਂ ਨੇ ਹੱਥ ਖੜਾ ਕੀਤਾ, ਇਸ਼ਾਰਾ ਕੀਤਾ, ਭਾਈ ਮਰਦਾਨਾ ਜੀ ਨੇ ਰਿਦਮ ਰੋਕ ਲਏ, ਸ਼ਬਦ ਦੀ ਸਮਾਪਤੀ ਕੀਤੀ ਹੈ। ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਸੀ ਤੇ ਗਾਇਨ ਕੀਤਾ ਹੋਇਆ ਸੀ। ਜਦੋਂ ਕਹਿੰਦੇ ਸ਼ਬਦ ਬੰਦ ਹੋਇਆ, ਫਿਰ ਵੀ ਕਿਸੇ ਨੇ ਅੱਖ ਨਾ ਖੋਲੀ। ਆਨੰਦ ਰਸ, ਜਿਵੇਂ ਨੀਂਦ ਟੁੱਟਣ ਤੋਂ ਬਾਅਦ ਅੱਧਾ ਘੰਟਾ ਮੇਰੇ ਵਰਗਾ ਦਲਿੱਦਰੀ ਬੰਦਾ ਕੰਬਲ ਚੋਂ ਨਹੀਂ ਨਿਕਲਦਾ। ਇੱਕ ਰਸ ਹੈ, ਇੱਕ ਆਨੰਦ ਹੈ, ਇੱਕ ਮੌਜ ਹੈ। ਬੜੀ ਦੇਰ ਤੱਕ ਚੌਂਕੜੇ ਲੱਗੇ ਰਹੇ। ਭਾਈ ਮਰਦਾਨਾ ਜੀ ਨੇ ਨੇਤਰ ਖੋਲੇ, ਗੁਰੂ ਨਾਨਕ ਸਾਹਿਬ ਜੀ ਨੇ ਖੋਲੇ, ਪਰ ਕਹਿੰਦੇ ਉਧਰੋਂ ਨੇਤਰ ਨਾ ਕਿਸੇ ਨੇ ਖੋਲੇ। ਰੱਬ ਦੇ ਗੀਤ ਗਾਉਣ ਵਾਲੇ ਸੀ, ਰੱਬ ਦੀਆਂ ਗੱਲਾਂ ਕਰਨ ਵਾਲੇ ਸੀ। ਜਦੋਂ ਰੱਬ ਬਾਰੇ ਸੁਣਿਆ, ਭੁੱਲ ਗਿਆ। ਇਹਨੂੰ ਕਹਿੰਦੇ ਰਸ, ਇਹ ਹੈ ਪ੍ਰੇਮ ਦਾ ਰਸ। ਜਦੋਂ ਗੱਲ ਸੱਜਣ ਦੀ ਚੱਲਦੀ ਹੋਵੇ ਨਾ, ਓਏ ਦੁਨੀਆ ਕਿੱਥੇ ਸੁਝਦੀ, ਆਖੋ ਸਤਿਨਾਮ। ਨਹੀਂ ਸੁਝੀ ਦੁਨੀਆ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹ। ਜਿਹਦੇ ਕੋਲ ਬਹਿ ਕੇ ਸ਼ੋਭਾ ਪਾਈਦੀ ਹੈ, ਜਿਹਦੇ ਕੋਲ ਬਹਿ ਕੇ ਅੰਦਰ ਦਾ ਪ੍ਰੇਮ ਜਾਗਦਾ ਹੈ, ਕਹਿੰਦੇ ਉਹ ਸੱਜਣ ਪਿਆਰਾ ਰੱਬ ਜਿਹਦੇ ਪਰਥਾਏ ਕਾਗ ਪਸੁੰਡ ਸੁਣਾਉਂਦੇ ਸੀ, ਉਹ ਆਪ ਸਭਾ 'ਚ ਬੈਠੇ ਆ। ਬੈਠੇ ਕਿੱਥੇ? ਸਾਰਿਆਂ ਤੋਂ ਪਿੱਛੇ।
ਇਹ ਬੜੱਪਣ ਹੈ ਰੱਬ ਜੀ ਦਾ। ਆਖਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਨੇਤਰ ਖੋਲੇ, ਕਹਿੰਦੇ ਕਾਗ ਪਸੁੰਡ ਹੌਲੀ 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 ਸਵਾਸ ਲਾਉਣ ਲੱਗੇ, ਸਰੀਰ ਵਿੱਚ ਹਿਲ ਜੁਲ ਆਈ ਐ। ਲੋਚਨ ਕਾਕ ਪਸੁੰਡ ਉਘਾਰੇ, ਮਦਰ ਮਿਰਦਲ ਮੁਖ ਬਚਨ ਉਚਾਰੇ। ਜਦੋਂ ਅੱਖਾਂ ਖੋਲੀਆਂ, ਨੇਤਰ ਖੋਲੇ ਨੇ ਕਾਗ ਪਸੁੰਡ ਜੀ ਨੇ, ਇੱਕੋ ਗੱਲ ਆਖੀ, ਕਹਿੰਦੇ ਵਾਹ ਵਾਹ ਵਾਹ। ਰਸਨਾ ਤੋਂ ਬਚਨੀ ਇਹ ਆਏ। ਨੇਤਰ ਖੋਲ ਕੇ ਸਾਰਿਆਂ ਵੱਲ ਤੱਕਿਆ, ਕਿਉਂਕਿ ਜਦੋਂ ਕੋਈ ਬੰਦਗੀ ਵਿੱਚ ਗਾਉਂਦਾ ਤੇ ਨੇਤਰ ਭਰ ਕੇ ਵੇਖਦਾ, ਉਹਨਾਂ ਨੇਤਰਾਂ 'ਚ ਹੀ ਕਰਾਮਾਤ ਵਰਤਦੀ ਹੈ। ਕਾਗ ਪਸੁੰਡ ਜੀ ਨੇ ਪਿਆਰ ਦੀਆਂ ਨਜ਼ਰਾਂ ਨਾਲ ਵੇਖਿਆ, ਕਿੰਨੇ ਪੰਛੀ ਸਾਧੂ ਚੌਂਕੜੇ ਲਾਈ ਬੈਠੇ ਆ, ਸਵਾਸ ਸਵਾਸ ਬੰਦਗੀ ਕਰ ਰਹੇ, ਸ਼ਬਦ ਦਾ ਗਾਇਨ ਨਾਲ ਕਰਦੇ ਸੀ। ਪਰ ਫਿਰ ਉਹਨਾਂ ਰਸਨਾ ਤੋਂ ਆਖਿਆ, ਕਹਿੰਦੇ ਜਿਹਨੇ ਵੀ ਗਾਇਆ ਵਾ ਕਮਾਲ ਗਾਇਆ, ਆਨੰਦ ਆਇਆ ਆਨੰਦ ਆਇਆ। ਆਪਣੀ ਬੋਲੀ 'ਚ ਉਹਨਾਂ ਨੇ ਤਾਰੀਫ ਗਾਈ ਐ। ਏਕੋ ਇਹ ਸ਼ਬਦ ਤੇ ਗਾਵਾ, ਮਹਾ ਮੋਹ ਬਨ ਕੋ ਜਿਉਂਦਾਵਾ। ਪਹਿਲਾ ਹੀ ਬਚਨ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਵੇਖ ਕੇ ਵੀ ਹੱਥ 'ਚ ਰਵਾਬ ਫੜੀ। ਉਹਨਾਂ ਨਹੀਂ ਪੁੱਛਿਆ ਕੌਣ ਹੈ ਤੂੰ, ਕਿੱਥੋਂ ਆਇਆ, ਕੀ ਕਰਨਾ ਹੈ। ਇਹ ਸਭ ਮਾਇਆਵਾਚੀ ਸ਼ਬਦ ਨੇ। ਤੈਨੂੰ ਕੀ ਲੈਣਾ, ਕੋਈ ਕੀ ਕਰਦਾ ਹੈ, ਕਿਉਂ ਕਰਦਾ ਹੈ, ਕਿਵੇਂ ਕਰਦਾ ਹੈ, ਸਾਨੂੰ ਕੀ ਮਤਲਬ ਹੈ। ਪਰ ਬੇਵਜ੍ਹਾ ਲੱਤ ਫਸਾਉਂਦੇ। ਉਹਨਾਂ ਪਤਾ ਕੀ ਪੁੱਛਿਆ, ਕਹਿੰਦੇ ਹੇ ਪਿਆਰੇ ਸਾਧੂ ਜਨ, ਕਾਗ ਪਸੁੰਡ ਦਾ ਸ਼ਬਦ ਭਾਈ ਮਰਦਾਨੇ ਦਾ, ਇਹ ਅੰਮ੍ਰਿਤ ਬਚਨ ਜੋ ਤੁਸਾਂ ਨੇ ਗਾਏ ਨੇ, ਜਿਹੜੇ ਅੰਦਰ ਦੇ ਮੋਹ ਦੇ ਜੰਗਲ ਨੂੰ ਅੱਗ ਲਾ ਦਿੰਦੇ ਨੇ, ਅੰਦਰ ਨੂੰ ਟਿਕਾ ਬਖਸ਼ਦੇ ਨੇ। ਪਿਆਰਿਆ ਮੈਨੂੰ ਇਹ ਦੱਸ, ਇਹ ਸ਼ਬਦ ਕਿਹਨਾਂ ਦੇ ਨੇ? ਆਖੋ ਸਤਿਨਾਮ। ਜੋ ਤੂੰ ਆਪਣੀ ਰਸ ਭਿੰਨੀ ਰਸਨਾ ਤੋਂ ਬੜੇ ਸੁਰ ਵਿੱਚ ਤਾਲ ਵਿੱਚ ਰਹਿ ਕੇ ਗਾਏ ਆ, ਰਾਗ ਵਿੱਚ ਗਾਏ ਆ। ਦੇਖੋ ਪ੍ਰੇਮ ਬੜਾ ਦੁਨੀਆ 'ਚ, ਪਿਆਰ ਬੜਾ। ਮਾਫ ਕਰਿਓ, ਗੁਰਬਾਣੀ ਸਤਿਗੁਰਾਂ ਨੇ ਰਾਗਾਂ ਜੋ ਉਚਾਰਨ ਕੀਤੀ ਹੋਈ ਹੈ। ਜਦੋਂ ਤੱਕ ਸਿੱਖ ਨੂੰ ਰਾਗਾਂ ਦੀ ਸੋਝੀ ਨਹੀਂ, ਗਾਉਣ ਵਾਲੇ ਨੂੰ ਤੇ ਸੁਣਨ ਵਾਲੇ ਨੂੰ, ਮਾਫ ਕਰਿਓ, ਬਾਣੀ ਦਾ ਰਸ ਹੀ ਨਹੀਂ ਹੋਣਾ। ਬਿਲਕੁਲ ਰਸ ਨਹੀਂ ਹੋਣਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨ ਆਉਂਦਾ ਹੈ, ਉੱਥੇ ਕੋਈ ਵੀ ਰਾਗੀ ਲਾ ਲਓ ਤੁਸੀਂ, ਭਾਵੇਂ ਛੋਟੇ ਮੋਟੇ ਗੁਰਦੁਆਰੇ ਦਾ ਭੇਜ ਦਿਓ, ਪਰ ਰਾਗ ਸਿੱਖੇ ਹੋਣ। ਕਲਾ ਕਿਉਂ ਵਰਤਦੀ ਹੈ? ਰਾਗਾਂ ਦਾ ਕੀ। ਤੇ ਜਿਹੜੇ ਆਪਾਂ ਪ੍ਰਾਈਵੇਟ ਬੁਲਾਉਂਦੇ ਆ, ਇੱਧਰੋਂ ਉੱਧਰੋਂ ਕੈਸਟਾਂ ਕਢਾਈਆਂ ਨੇ, ਉਹ ਗੀਤਾਂ ਤੇ ਗਾਈ ਜਾਂਦੇ। ਉਹਨਾਂ ਦਾ ਰਸ ਕਿਉਂ ਨਹੀਂ ਆਉਂਦਾ? ਕਿਉਂਕਿ ਉਹਨਾਂ ਨੂੰ ਰਾਗਾਂ ਦੀ ਲੱਤ ਬਾਂਹ ਦਾ ਨਹੀਂ ਪਤਾ ਵੀ ਰਾਗ ਕੀ ਹੁੰਦਾ। ਤੇ ਜਿਨ੍ਹਾਂ ਨੇ ਰਾਗ ਵਿੱਚ ਗਾਉਣਾ ਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਇਸੇ ਕਰਕੇ ਹਰ ਬੰਦਾ ਕਹਿੰਦਾ ਉੱਥੋਂ ਰਾਗੀ ਬੁਲਾਓ। ਉਹਨਾਂ ਨੂੰ ਰਾਗ ਦਾ ਪਤਾ ਹੈ, ਰਾਗ ਦੇ ਸਮੇਂ ਦਾ ਪਤਾ ਹੈ, ਤਾਲ ਦਾ ਪਤਾ ਹੈ, ਸੁਰ ਦਾ ਪਤਾ ਹੈ। ਉੱਥੇ ਭਰਤੀ ਹੀ ਉਹਨੂੰ ਕੀਤਾ ਜਾਂਦਾ ਹੈ ਜਿਹੜਾ ਸਾਰੇ ਟੈਸਟ ਪਾਸ ਕਰ ਲਵੇ। ਖੇਡ ਥੋੜੀ ਹੈ ਵੀ ਚੱਕੀ ਸਿਫਾਰਿਸ਼ ਤੂੰ ਵੀ ਆ ਜਾ, ਤੂੰ ਵੀ ਆ ਜਾ। ਜਿਹਨੂੰ ਆਸਾ ਜੀ ਕੀ ਵਾਰ ਕੰਠ ਹੈ, ਆਰਤੀ ਜੀ ਕੰਠ ਹੈ, ਪੰਜੇ ਬਾਣੀਆਂ ਕੰਠ ਨੇ। 31 ਰਾਗਾਂ ਦੇ ਵਿੱਚੋਂ 5-5 ਸ਼ਬਦ ਕੰਠ ਹੋਣ, ਕੱਲੇ ਕੱਲੇ ਰਾਗ ਦੇ ਵਿੱਚੋਂ, ਉਹਨੂੰ ਲਾਇਆ ਜਾਂਦਾ ਉੱਥੇ। ਐਵੇਂ ਥੋੜਾ ਵੀ ਮੇਰੇ ਵਰਗਾ ਉੱਠਿਆ 2 ਸ਼ਬਦ ਕੱਢੇ, ਮੈਂ ਵੀ ਦਰਬਾਰ ਸਾਹਿਬ ਹਾਜ਼ਰੀ ਭਰਨੀ। ਭਰਦਾ ਕੋਈ ਉੱਥੇ? ਵਿਰਲਾ। ਉਹ ਕਹਿਣ ਲੱਗਿਆ, ਬੜੇ ਪਿਆਰ ਦੇ ਰਾਗ ਵਿੱਚ ਤੁਸੀਂ ਗਾਇਆ ਹੈ, ਸ਼ਬਦ ਕਿਹਨਾਂ ਦੇ ਨੇ, ਮਤਲਬ ਬਚਨ ਕਿਹਨਾਂ ਦੇ ਨੇ? ਜਿਹੜੇ ਅੰਦਰ ਨੂੰ ਮੂੰਹ ਦੇ, ਜਿਨ੍ਹਾਂ ਨੇ ਚਿੱਤ ਇਕਾਗਰ ਕੀਤਾ ਏ। ਇਹ ਕੋ ਸੁਣਤਿਓ ਪ੍ਰੇਮ ਉਮੰਗਾ, ਰਾਗ ਬਿਖੇ ਗਾਇਓ ਹਿਤ ਸੰਗਾ। ਅੱਖ ਭਰਿਆ ਹੀ ਕਾਗ ਪਸੁੰਡ ਜੀ ਦੀ ਅੱਖਾਂ 'ਚੋਂ ਹੰਝੂ ਆ ਗਏ। ਕਹਿੰਦੇ ਜਿਨ੍ਹਾਂ ਨੇ ਰਾਗਾਂ ਦੇ ਵਿੱਚ ਲਿਖਿਆ, ਤੇ ਧੰਨ ਉਹ ਜਿਹਨੇ ਰਾਗ ਵਿੱਚ ਗਾਇਆ, ਅੰਦਰੋਂ ਪ੍ਰੇਮ ਪੈਦਾ ਹੋ ਗਿਆ। ਪ੍ਰੇਮ। ਤੁਸੀਂ ਕਹੋਗੇ ਮਰਦ ਨੇ ਬਾਣੀ ਰਾਗਾਂ 'ਚ ਕਿਉਂ ਉਚਾਰਨ ਕੀਤੀ ਹੈ? ਪਹਿਲਾਂ ਨਾ ਸਟੱਡੀ ਕਰੋ ਇਸ ਚੀਜ਼ ਤੇ, ਪੜ੍ਹੋ ਰਾਗ ਕਹਿੰਦੇ ਕਿਹਨੂੰ ਆ। ਮਰਦ ਕਹਿੰਦੇ ਰਾਗ ਨਾਦ ਸਭ ਸੱਚ ਹੈ। ਸੱਚ ਹੈ। ਸੱਚ ਕਿਉਂ ਨੇ? ਕਿਉਂਕਿ ਰਾਗ ਦਾ ਅਰਥ ਹੁੰਦਾ ਹੈ ਪ੍ਰੇਮ। ਕਿਹੜੇ ਵੇਲੇ ਦਾ ਰਾਗ ਹੈ, ਕਿਹੜਾ ਸ਼ਬਦ ਹੈ, ਕਿਹੜੀ ਪੜਤਾਲ, ਕਿਹੜੇ ਸਾਹ ਜੁੜਨ ਹੈ, ਉਹਦੀਆਂ ਕਿੰਨੀਆਂ ਮਾਤਰਾ ਨੇ, ਉਹਦਾ ਉਚਾਰਨ ਕੈਸਾ ਹੈ। ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਰਸ ਫੇਰ ਬਣਦਾ ਹੈ। ਕਾਗ ਪਸੁੰਡ ਇੱਕ ਸਾਧੂ ਨੇ, ਯੋਗੀ ਨੇ, ਕਾਂ ਦੀ ਜੂਨ ਵਿੱਚ ਨੇ, ਪਰ ਉਹ ਕਹਿੰਦੇ ਆ ਵੀ ਮੈਨੂੰ ਇੰਨਾ ਰਸ ਆਇਆ, ਇੰਨੇ ਪ੍ਰੇਮ ਦੇ ਵਿੱਚ ਗਾਇਆ। ਕਹਿੰਦੇ ਇਸ ਸ਼ਬਦ ਨੇ, ਇਹਨਾਂ ਬੋਲਾਂ ਨੇ ਮੇਰਾ ਅੰਦਰ ਬੰਨ ਕੇ ਰੱਖਤਾ। ਕਿਹੜੇ ਰਾਗ ਚ ਗਾਇਆ ਤੁਸੀਂ? ਉਹ ਰਾਗ ਬੜਾ ਪਿਆਰਾ ਹੈ।
ਉਹ ਸੀ ਰਾਗ ਬਸੰਤ, ਜੋ ਗਾਇਆ ਨਾ ਭਾਈ ਮਰਦਾਨਾ ਜੀ ਨੇ। ਸ਼ਬਦ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸੀ। ਭਾਈ ਮਰਦਾਨਾ ਜੀ ਨੇ ਦੋਨੇ ਹੱਥ ਜੋੜੇ ਸੀਸ ਨਵਾਇਆ। ਕਿਉਂ ਨਵਾਇਆ? ਕਿਉਂਕਿ ਕਾਗ ਪਸੁੰਡ ਰੱਬ ਦੇ ਸ਼ਬਦ ਦੀ, ਕੀਰਤਨ ਦੀ, ਰਾਗ ਦੀ ਬੜੀ ਮਹਿਮਾ ਗਾਉਂਦੇ ਹਨ। ਇਹ ਕੋ ਨਾਮ ਬਤਾਵੋ ਮੋਹੀ, ਭਗਤ ਰੰਗ ਮਹਿ ਰੰਗਿਓ ਹੋਹੀ। ਬਸ ਇੱਕੋ ਹੀ ਸਵਾਲ ਕੀਤਾ ਉਹਨੇ ਵੀ ਮੈਨੂੰ ਉਸ ਮਹਾਂਪੁਰਖ ਦਾ, ਰੱਬ ਦੇ ਪਿਆਰੇ ਦਾ, ਸੰਤ ਦਾ ਨਾਂ ਦੱਸ ਜਿਹਨੇ ਇਹ ਸ਼ਬਦ ਪ੍ਰੇਮ ਦੇ ਗਏ ਹੋਏ ਨੇ। ਹੱਥ ਜੋੜ ਕੇ ਉਹਨੇ ਇਹ ਨਹੀਂ ਪੁੱਛਿਆ ਵੀ ਤੁਸੀਂ ਤਿੰਨ ਫਕੀਰ ਕੌਣ ਹੋ, ਪਿੱਛੇ ਕਿਉਂ ਬੈਠੇ ਹੋ, ਕਿੱਥੋਂ ਆਏ ਹੋ, ਕਿਹਨੂੰ ਪੁੱਛ ਕੇ ਸ਼ਬਦ ਗਾਇਆ, ਰਬਾਬ ਕਿਵੇਂ ਵਜਾਤੀ ਵੀ ਦਰਬਾਰ ਤੇ ਮੇਰਾ, ਸਭਾ ਤੇ ਮੇਰੀ ਹੈ, ਤੁਸੀਂ ਕੌਣ ਹੋ? ਬਿਲਕੁਲ ਨਹੀਂ ਹੈ। ਕਿਉਂਕਿ ਨਾਮ ਜਪਣ ਵਾਲਿਆਂ ਵਿੱਚ ਮੈਂ, ਤੂੰ, ਤੇਰਾ, ਮੇਰਾ, ਆਪਣਾ, ਬੇਗਾਨਾ, ਸਾਡਾ, ਤੁਹਾਡਾ ਕੁਝ ਵੀ ਨਹੀਂ ਹੁੰਦਾ। ਉਹ ਤੇ ਸਿਰਫ ਆਨੰਦ ਦੀ ਗੱਲ ਕਰਦੇ, ਰਸ ਦੀ ਗੱਲ ਕਰਦੇ। ਅਸੀਂ ਕਲਯੁਗੀ ਆ, ਆ ਤੇਰੀ ਥਾਂ, ਆ ਮੇਰੀ ਥਾਂ, ਆ ਤੇਰਾ ਪਾਠ ਹੈ, ਮੇਰਾ ਪਾਠ, ਆ ਤੇਰੀ ਸੇਵਾ, ਆ ਮੇਰੀ ਸੇਵਾ। ਇੱਥੇ ਸੇਵਾ ਵੀ ਤੇਰੀ ਮੇਰੀ ਹੈ। ਪਰ ਜਿਹੜੇ ਆਨੰਦ ਚਲੇ ਰਸ ਵਿੱਚ ਨੇ, ਉਹ ਕਹਿੰਦੇ ਸਭ ਗੋਬਿੰਦ ਹੈ। ਜਦੋਂ ਦੋਨੇ ਹੱਥ ਜੋੜ ਕੇ ਉਹਨੇ ਤਰਲਾ ਕੀਤਾ ਨਾ, ਸਾਰੇ ਸਰੋਤਿਆਂ ਨੇ ਪਿੱਛੇ ਮੁੜ ਕੇ ਵੇਖਿਆ ਵੀ ਗੱਲਾਂ ਕਿਹਦੇ ਨਾਲ ਕਰਦੇ ਆ। ਜਦੋਂ ਵੇਖਿਆ ਨਾ ਤਿੰਨ ਫਕੀਰ ਬੈਠੇ ਆ, ਇੱਕ ਦੇ ਹੱਥ 'ਚ ਰਬਾਬ ਹੈ, ਇੱਕ ਦੇ ਹੱਥ ਸੋਟਾ ਫੜਿਆ, ਤੇ ਇੱਕ ਦੇ ਹੱਥ ਵਿੱਚ 2-4 ਕੱਪੜੇ ਇੱਕ ਪੋਟਲੀ 'ਚ ਬੰਨੇ ਆ, ਤੇ ਨਾਲ ਇੱਕ ਕਿਤਾਬ ਹੈ ਭਾਈ ਪਾਲਾ ਜੀ। ਪਰ ਤਿੰਨਾਂ ਦੇ ਚਿਹਰੇ ਬੜੇ ਨੂਰਾਨੀ ਨੇ, ਰਸਨਾ ਤੋਂ ਕੁਝ ਵੀ ਬੋਲਦੇ ਨਹੀਂ। ਹੁਣ ਮਰਦਾਨੇ ਬਚਨ ਬਖਾਨਾ, ਸ਼੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਲਿਆਕਤ ਸਿੱਖੀਏ ਭਾਈ ਮਰਦਾਨਾ ਜੀ ਕੋਲੋਂ। ਵੱਡੇ ਰੱਬ ਨਾਲ ਰਹਿ ਕੇ ਵੀ ਨਾ, ਵੱਡੇ ਨਾਲ ਨੀਵੇਂ ਵੇਖੋ ਕਿੰਨੇ ਆ, ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਜੀ ਮੇਰਾ ਨਾਂ ਹੈ ਭਾਈ ਮਰਦਾਨਾ, ਮੈਂ ਮਰਾਸੀ ਹਾਂ। ਕਿਉਂ ਕਹਿੰਦੇ ਆ ਮੈਂ ਮਰਾਸੀ? ਉਹ ਇਸ ਲਈ ਕਹਿੰਦੇ ਆ ਵੀ ਲੋਕ ਕਹਿੰਦੇ ਮਰਾਸੀ ਨੀਵੇਂ ਹੁੰਦੇ ਆ, ਜਾਤ ਨੀਵੀਂ ਹੈ। ਕਹਿੰਦੇ ਦੁਨੀਆ ਵਾਲਿਓ, ਮੇਰਾ ਬਾਬਾ ਨੀਵੀਂ ਥਾਂ ਤੇ ਬਹਿੰਦਾ ਏ, ਉੱਚਾ ਬਹਿੰਦਾ ਕਦੇ ਨਹੀਂ, ਤੇ ਮੈਂ ਜਾਤ ਦਾ ਮਰਾਸੀ, ਉਹ ਮੇਰੇ ਨਾਲ ਰਹਿੰਦਾ। ਆਖੋ ਸਤਿਨਾਮ, ਜਿਹਨੂੰ ਜਮਾਨਾ ਰੱਬ ਕਹਿੰਦਾ ਹੈ। ਅਸੀਂ ਤੇ ਜਾਤਾਂ ਦੇ ਕੋੜ 'ਚ ਹੀ ਗਲ ਗਏ। ਭਾਈ ਮਰਦਾਨਾ ਕਹਿੰਦਾ ਮੇਰਾ ਨਾਮ ਮਰਦਾਨਾ ਏ, ਮੈਂ ਮਰਾਸੀ ਹਾਂ, ਤੇ ਮੈਂ ਸੇਵਕ ਹਾਂ ਉਸ ਪਾਰ ਬ੍ਰਹਮ ਪਰਮਾਤਮਾ ਦਾ, ਉਹਦਾ ਸੇਵਕ ਹਾਂ। ਆ ਜੋ ਰਬਾਬ ਤੇ ਵਜਾਇਆ, ਜੋ ਮੈਂ ਗਾਇਆ, ਸਭ ਉਸੇ ਦੀ ਕਿਰਪਾ ਏ। ਇਨਕੋ ਸ਼ਬਦ ਹੈ ਜੋ ਗਾਵਾ, ਨਿਰੰਕਾਰ ਅਵਤਾਰ ਸੁਹਾਵਾ। ਜਿਨ੍ਹਾਂ ਦਾ ਸ਼ਬਦ ਮੈਂ ਗਾਇਆ ਉਹ ਆਪ ਰੱਬ ਨੇ, ਆਪ ਨਿਰੰਕਾਰ ਨੇ, ਆਪ ਪਰਮੇਸ਼ਵਰ ਨੇ। ਕਾਗ ਪਸੰਡ ਜੀ ਨੇ ਹੱਥ ਜੋੜੇ, ਭਾਈ ਮਰਦਾਨਾ ਹੱਥ ਜੋੜ ਕੇ ਖੜੇ ਆ। ਵੇਖੋ, ਕਿਸੇ ਨੂੰ ਪਿਆਰ ਦੇ ਬਚਨ ਕਹਿਣੇ ਆ, ਹੱਥ ਜੋੜੋ, ਤੁਹਾਡੇ ਇਸ ਚੀਜ਼ ਦਾ ਪ੍ਰਭਾਵ ਪਏਗਾ। ਅਸੀਂ ਜੀ ਜੀ ਵੀ ਕਹਿੰਦੇ ਆ, ਹੱਥ ਕੱਛਾਂ 'ਚ ਦਿੱਤੇ ਹੋਏ ਆ, ਇੱਥੋਂ ਪਤਾ ਲੱਗਦਾ ਵੀ ਇੱਜ਼ਤ ਕਿੰਨੀ ਕਾਂਗਰ, ਸਤਿਕਾਰ ਕਿੰਨਾ ਹੈ। ਤੁਹਾਡੀ ਬਾਡੀ ਲੈਂਗੁਏਜ ਇਹ ਦੱਸਦੀ ਵੀ ਤੁਸੀਂ ਕਿੰਨੇ ਕੁ ਫਰੀਬੀ ਹੋ। ਕੈਸੇ? ਦੋਨੇ ਹੱਥ ਜੋੜ ਕੇ ਭਾਈ ਮਰਦਾਨਾ ਕਹਿੰਦੇ ਉਹ ਨਿਰੰਕਾਰ, ਉਹ ਰੱਬ ਮੇਰੇ ਨਾਲ ਬੈਠੇ। ਇਸ਼ਾਰਾ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਇਹ ਬਚਨ ਸੁਣੇ ਨਾ, ਕਾਗ ਪਸੁੰਡ ਹੈਰਾਨ ਹੋ ਗਏ। ਰੱਬ, ਨਿਰੰਕਾਰ, ਨਿਰੰਜਨ ਜੀ ਇਹ ਸਭਾ 'ਚ ਆਏ ਹੋਏ ਆ, ਇਹ ਯਕੀਨ ਨਹੀਂ ਹੁੰਦਾ। ਕਾਗ ਪਸੁੰਡ ਸੁਣਿਓ ਇਵ ਕਾਨਾ, ਧੂਰਨ ਆਏ ਚਰਨ ਲਪਟਾਨਾ। ਆਪਣੀ ਥਾਂ ਤੋਂ ਉੱਠਿਆ ਕਾਗ ਪਸੁੰਡ, ਉੱਚੀ ਥਾਂ ਤੇ ਬੈਠਾ ਸੀ, ਭੱਜਿਆ ਆਇਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਏਦਾਂ ਲਿਪਟ ਗਿਆ ਜਿਵੇਂ ਸੱਪ ਵੜ ਮਾਰਦਾ। ਕਹਿੰਦਾ ਰੱਬਾ ਮੇਰਿਆ, ਸ਼ੁਕਰ ਹੈ, ਸ਼ੁਕਰ ਹੈ, ਬਹੁਤ ਜਨਮ ਪਿਛੜੇ ਥੇ, ਮਾਧੋ ਇਹ ਜਨਮ ਤੁਮਾਰੇ ਲਿਖੇ। ਚਰਨਾਂ ਤੇ ਲਿਪਟਿਆ, ਭੁੱਬਾ ਮਾਰ ਕੇ ਰੋਇਆ। ਇੱਕ ਬੰਦਗੀ ਵਾਲਾ ਰੱਬ ਦਾ ਪਿਆਰਾ, ਰੱਬ ਨੂੰ ਮਿਲ ਕੇ ਉਹ ਚਰਨਾਂ ਨੂੰ ਚੁੰਮਦਾ ਏ। ਇਹ ਕੋ ਭਿਖ ਪੰਖੀ ਸਭ ਆਏ, ਬੰਦ ਹੈ ਚਰਨ ਕਮਲ ਸੁਖ ਪਾਏ। ਚਰਨਾਂ ਤੇ ਮੱਥਾ ਟੇਕਿਆ, ਕਹਿੰਦਾ ਮੇਰੇ ਰਾਮ ਜੀ ਆਏ ਨੇ, ਮੇਰੇ ਹਰੀ ਜੀ ਆਏ ਨੇ। ਜਿੰਨੇ ਪੰਛੀ ਬੈਠੇ ਸੀ ਵਿਹੰਗਮ ਸਾਧੂ ਰੱਬ ਦੇ ਪਿਆਰੇ ਉੱਠ ਕੇ ਆਏ, ਸਭ ਨੇ ਮੱਥਾ ਟੇਕਿਆ।
ਗੁਰੂ ਨਾਨਕ ਸਾਹਿਬ ਜੀ ਨੇ ਇਸ਼ਾਰਾ ਕੀਤਾ, ਮੱਥਾ ਨਾ ਟੇਕੋ, ਇੱਕ ਨਿਰੰਕਾਰ ਨੂੰ ਟੇਕੋ। ਕਹਿੰਦਾ ਨਹੀਂ, ਤੁਸੀਂ ਨਿਰੰਕਾਰ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਵੱਲ ਵੇਖਿਓ, ਤੂੰ ਦੱਸਿਆ ਕਿਉਂ ਹੈ? ਦੇਖੋ ਇਸ ਚੀਜ਼ ਦੀ ਪ੍ਰੋਬਲਮ ਹੈ, ਸਾਡੇ ਬਾਰੇ ਕਿਉਂ ਦੱਸਿਆ? ਅਸੀਂ ਗੁਪਤ ਰਹਿੰਦੇ ਆ, ਤੇ ਸਾਡੀ ਪ੍ਰੋਬਲਮ ਇਹ ਆ ਵੀ ਮੈਂ ਫਲਾਣੀ ਥਾਂ ਤੇ ਗਿਆ, ਤੂੰ ਮੇਰੇ ਬਾਰੇ ਕਿਉਂ ਨਹੀਂ ਦੱਸਿਆ? ਮੈਂ ਫਲਾਣਾ ਸੂਆ, ਮੇਰੀ ਇੰਨੇ ਮੰਤਰੀਆਂ ਨਾਲ ਗੱਲਬਾਤ, ਇੰਨੇ ਕਲਾਕਾਰਾਂ ਨਾਲ ਉੱਠਣੀ ਬੈਠਣੀ, ਕਿਉਂ ਨਹੀਂ ਦੱਸਿਆ? ਸਾਡਾ ਤੇ ਫਲਾਣਾ ਵੀ ਹੈ, ਸਾਡਾ ਤੇ ਫਲਾਣਾ ਵੀ ਹੈ। ਅਸੀਂ ਆਹ ਹਵਾ 'ਚ ਤੁਰੇ ਫਿਰਦੇ ਆ। ਮਰਦ ਕੀ ਲਿਖਦੇ ਆ? ਨਿਵੈਸੋ ਗੌਰਾ ਹੋਏ। ਗੌਰਾ ਨਾਮ ਵੱਡੇ ਦਾ, ਭਾਰੇ ਦਾ। ਕਹਿੰਦੇ ਉਹ ਨਿਭਦਾ ਜਿਹੜਾ ਜੀਵਨ ਕਰਕੇ ਭਾਰਾ ਹੋਵੇ, ਵੱਡਾ ਹੋਵੇ, ਮਹਾਨ ਹੋਵੇ। ਕਦੇ ਬਾਂਸ ਦਾ ਦਰਖਤ ਨਿਭਦਾ ਵੇਖਿਆ ਜੀ? ਦਰਿਆ ਚੜ ਕੇ ਆਵੇ, ਬਾਂਸ ਝੁਕਦਾ ਨਹੀਂ, ਆਕੜ ਦੇ ਵਿੱਚ ਖੜਿਆ, ਜੜਾਂ ਤੋਂ ਪੱਟਿਆ ਜਾਂਦਾ ਹੈ। ਕਦੇ ਵੇਖਿਓ ਦਰਿਆਵਾਂ ਦੇ ਵਿੱਚ ਬਾਂਸ ਦੇ ਦਰਖਤ ਰੁੜੇ ਆਉਂਦੇ ਹੁੰਦੇ, ਜੜਾਂ ਸਮੇਤ। ਕਿਸੇ ਨੇ ਕਦੇ ਬੈਂਤ ਨਹੀਂ ਰੁੜਦਾ ਵੇਖਿਆ? ਹੈ ਤੇ ਜਾਤ ਉਹੀ ਹੈ, ਬਾਂਸ ਦਾ ਨੇੜੇ ਤੇੜੇ ਤੋਂ ਹੀ ਹੈ, ਉਹੀ ਪ੍ਰਜਾਤੀ ਦਾ ਹੀ ਹੈ। ਬੈਂਤ ਨੇ ਜ਼ਿੰਦਗੀ ਵਿੱਚ ਝੁਕਣਾ ਸਿੱਖਿਆ, ਉਹ ਹਰ ਇੱਕ ਦੀ ਜ਼ਿੰਦਗੀ ਦਾ ਸਹਾਰਾ ਹੈ। ਅੱਜ ਜਿੰਨੇ ਬਜ਼ੁਰਗ ਨੇ ਤਕਰੀਬਨ ਸੋਟੀਆਂ ਫੜੀਆਂ, ਕਿਸੇ ਕੋਲ ਬਾਂਸ ਥੋੜਾ ਹੁੰਦਾ? ਬਾਂਸ ਨਹੀਂ ਹੁੰਦਾ, ਬੈਂਤ ਹੁੰਦਾ। ਉਹ ਕਿਸੇ ਦੀ ਜ਼ਿੰਦਗੀ ਦਾ ਸਹਾਰਾ ਬਣ ਗਿਆ, ਠੇਡਿਆਂ ਤੋਂ ਬਚਾਉਂਦਾ, ਠੋਕਰ ਤੋਂ ਬਚਾਉਂਦਾ। ਉਹ 'ਚ ਨਿਮਰਤਾ ਸੀ। ਅਗਲਾ ਵੀ ਧੋ ਕੇ ਸਵਾਰ ਕੇ ਰੱਖਦਾ, ਕਹਿੰਦਾ ਇਹ ਸਹਾਰਾ ਹੈ, ਡਗੋਰੀ ਹੈ ਮੇਰੀ। ਦੱਸੋ ਜੀ ਕਦੇ ਬਾਂਸ ਦਾ ਸੋਟਾ ਕਿਸੇ ਨੇ ਸੰਭਾਲ ਕੇ ਰੱਖਿਆ? ਆ ਪੌੜੀਆਂ ਧੁੱਪ 'ਚ ਗਲਦੀਆਂ ਹੁੰਦੀਆਂ ਪਿੰਡਾਂ ਵਾਲਿਆਂ ਦੀਆਂ। ਬਾਂਸ ਇੱਕ ਤੇ ਉਹ ਚਾਕੜ ਬੜੀ ਹੈ, ਝੁਕ ਹੀ ਨਹੀਂ ਸਕਦਾ, ਟੁੱਟ ਜਾਏਗਾ। ਤੇ ਦੂਜੀਆਂ ਛਿੱਲਤਾਂ ਬਹੁਤ ਨੇ, ਛਿੱਲ ਕੇ ਰੱਖ ਦੇਗਾ, ਚੀਰ ਕੇ ਰੱਖ ਦੇਗਾ। ਹੁਣ ਨਿਮਰਤਾ ਹੈ ਬੈਂਤ ਵਿੱਚ, ਤੇ ਰੱਬ ਦੇ ਪਿਆਰੇ ਬੈਂਤ ਵਰਗੇ, ਅਪਰਾਧੀ ਤੇ ਹੰਕਾਰੀ ਲੋਕ ਬਾਂਸ ਵਰਗੇ। ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਲਿਪਟ ਕੇ ਆਖੇ, ਕਹਿੰਦਾ ਰੱਬ ਜੀ ਤੁਸੀਂ ਰੱਬ ਹੋ। ਗੁਰੂ ਨਾਨਕ ਸਾਹਿਬ ਝੁਕ ਕੇ ਕਹਿੰਦੇ ਆ, ਨਿਮਰਤਾ ਜਾ ਕੇ ਕਹਿੰਦੇ, ਕਾਗ ਬਸੁੰਡ ਰੱਬ ਰੱਬ ਆਏ, ਅਸੀਂ ਤੇ ਸੇਵਕ ਆਖੋ ਸਤਿਨਾਮ। ਉਹ ਹੈ ਨਿਰੰਕਾਰ ਜੋ ਸ੍ਰਿਸ਼ਟੀ ਦਾ ਮਾਲਕ ਹੈ। ਕਾਗ ਬਸੁੰਡ ਜੋਰ ਜੁਗ ਹਾਥਾ, ਬੋਲਿਓ ਬਚਨ ਪ੍ਰਭੂ ਕੇ ਸਾਥਾ। ਭਾਈ ਬਾਲਾ ਜੀ ਦੱਸਦੇ ਆ, ਕਾਗ ਬਸੁੰਡ ਜੀ ਨੇ ਦੋਨੇ ਹੱਥ ਜੋੜੇ ਪ੍ਰਭੂ ਜੀ ਦੇ ਸਾਹਮਣੇ, ਹੱਥ ਜੋੜ ਕੇ ਬੋਲਣ ਲੱਗਿਆ। ਬੜੀ ਸ਼ਾਂਤੀ ਸੀ ਉੱਥੇ। ਉਹ ਜਿੰਨੇ ਸਰੋਤੇ ਸੀ ਨਾ, ਆਨੰਦ ਵਾਲੇ ਸੀ। ਆਨੰਦ ਵਾਲੇ ਸਰੋਤੇ ਕਦੇ ਕਿਸੇ ਗੁਰੂ ਘਰ 'ਚ ਵੇਖ ਲਿਓ, ਕਥਾ ਸੁਣਨਗੇ ਘਰ ਤੁਰ ਜਾਣਗੇ, ਕੀਰਤਨ ਸੁਣਨਗੇ ਘਰ ਚਲੇ ਜਾਣਗੇ। ਜਿਹੜੇ ਮੇਰੇ ਵਰਗੇ ਹੁੰਦੇ ਆ, ਉਹ ਤੁਹਾਨੂੰ ਕਦੇ ਕਿਸੇ ਮੋੜ ਤੇ ਮਿਲਣਗੇ, ਕਦੇ ਕਿਸੇ ਤੇ। ਉਹ ਸਰੋਤੇ ਥੋੜੀ ਆ ਵਿਚਾਰੇ, ਉਹ ਟਾਈਮ ਪਾਸ ਆ। ਹੁਣ ਕਾਗ ਬਸੁੰਡ ਕੋਲੇ ਜਿੰਨੇ ਬੈਠੇ ਸੀ, ਬੰਦਗੀ ਵਾਲੀਆਂ ਮੂਰਤਾਂ, ਕੋਈ ਬ੍ਰਹਮ ਗਿਆਨੀ, ਕੋਈ ਸਤ ਗਿਆਨੀ, ਕੋਈ ਯੋਗ ਗਿਆਨੀ, ਕੋਈ ਧਰਮ ਗਿਆਨੀ, ਕੋਈ ਨਿਮਰ ਗਿਆਨੀ। ਗਿਆਨ ਦੀਆਂ ਅਲੱਗ-ਅਲੱਗ ਵਿਧੀਆਂ ਨੇ। ਉਹ ਬੈਠੇ ਕੋਲੇ ਬੜੇ ਪਿਆਰ ਤੇ ਬਚਨ ਸੁਣਦੇ ਵੀ ਕਾਗ ਬਸੁੰਡ ਜਿਨ੍ਹਾਂ ਨੂੰ ਰੱਬ ਕਹਿੰਦੇ ਆ, ਤੇ ਅਸੀਂ ਰੱਬ ਕਿਉਂ ਨਾ ਮੰਨੀਏ? ਜਦੋਂ ਸਾਡਾ ਗੁਰੂ ਉਹਨੂੰ ਰੱਬ ਕਹਿੰਦਾ, ਭਰੋਸਾ ਨਾ ਆਪਣੇ ਗੁਰੂ ਤੇ। ਹੁਣ ਸਾਰੀ ਸਭਾ ਮਰਜ ਵੱਲ ਪਿੱਠ ਕਰਕੇ ਬੈਠੀ ਸੀ, ਕਿਉਂਕਿ ਸਤਿਗੁਰ ਪਿੱਛੇ ਆ ਕੇ ਬੈਠੇ ਸੀ। ਸਭ ਨੇ ਉਧਰ ਨੂੰ ਮੁਖ ਕਰ ਲਿਆ, ਸਾਰਿਆਂ ਦਾ ਮੂੰਹ ਉਧਰ ਹੋ ਗਿਆ। ਜਿੱਧਰ ਸਤਿਗੁਰੂ ਭਾਈ ਬਾਲਾ ਮਰਦਾਨਾ ਬੈਠੇ ਆ ਨਾ, ਕਾਗ ਬਸੁੰਡ ਕਹਿੰਦਾ, ਪ੍ਰਭੂ ਜੀ ਇੱਕ ਬੇਨਤੀ ਸੁਣਿਓ। ਏ ਸੁਧ ਮੋਕੋ ਤੇ ਅਗਾਰੇ, ਪ੍ਰਗਟੇ ਹਰ ਕਲ ਕਾਲ ਮਯਾਰੇ। ਸਤਿਗੁਰ ਕਹਿੰਦੇ, ਪਿਆਰਿਆ ਦੱਸ। ਬੜੇ ਪਿਆਰ ਦੇ ਸ਼ਬਦ। ਕਹਿੰਦਾ, ਪ੍ਰਭੂ ਜੀ ਇਹ ਮੈਨੂੰ ਪਹਿਲਾਂ ਹੀ ਗਿਆਨ ਸੀ ਵੀ ਤੁਸੀਂ ਇਸ ਧਰਤੀ ਤੇ ਆਓਗੇ। ਕਾਗ ਬਸੁੰਡ ਕਹਿੰਦੇ, ਮੈਨੂੰ ਪਤਾ ਸੀ, ਮੈਨੂੰ ਗਿਆਨ ਸੀ। ਉਹ ਬੰਦਗੀ ਵਾਲਾ ਹੈ, ਸਾਡੇ ਵਾਂਗੂ ਨਹੀਂ ਕਿਸੇ ਨੇ ਕੁਝ ਵਿਖਾਇਆ। ਇਹ ਤੇ ਮੈਨੂੰ ਪਹਿਲਾਂ ਹੀ ਪਤਾ ਸੀ। ਪਤਾ ਭਾਵੇਂ ਕੱਖ ਦਾ ਨਾ ਹੋਵੇ, ਬਸ ਹਉਮੈ ਨਹੀਂ ਥੱਲੇ ਜਾਣੀ ਚਾਹੀਦੀ। ਪਰ ਕਾਗ ਬਸੁੰਡ ਕਹਿੰਦਾ, ਰੱਬ ਜੀ ਪ੍ਰਭੂ ਜੀਓ, ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਕਲਯੁਗ ਦੇ ਸਮੇਂ ਵਿੱਚ ਮਨੁੱਖਾ ਸਰੀਰ ਵਿੱਚ ਆਓਗੇ। ਅੱਜ ਤੋਂ ਪਹਿਲਾਂ ਰੱਬ ਨਹੀਂ ਸੀ ਧਰਤੀ ਤੇ ਕਦੇ ਆਇਆ, ਕਿਸੇ ਰੂਪ 'ਚ ਨਹੀਂ ਸੀ ਆਇਆ। ਕੋਈ ਵਿਸ਼ਨੂੰ ਦਾ ਅਵਤਾਰ ਹੈ, ਕੋਈ ਬ੍ਰਹਮਾ ਦਾ ਅਵਤਾਰ ਹੈ, ਕੋਈ ਸ਼ਿਵ ਦਾ ਅਵਤਾਰ ਹੈ। ਜੇ ਰੱਬ ਆਪ ਆਏ ਨੇ ਨਾ, ਪਰਮੇਸ਼ਵਰ ਕੇਵਲ ਗੁਰੂ ਨਾਨਕ ਦੇ ਰੂਪ 'ਚ ਆਏ, ਨਾ ਮੁਹੰਮਦ ਸਾਹਿਬ ਦੇ ਰੂਪ 'ਚ ਆਏ, ਨਾ ਈਸਾ ਜੀ ਦੇ ਰੂਪ 'ਚ ਆਏ। ਉਹ ਰੱਬ ਦੀਆਂ ਅੰਸ਼ਾਂ ਨੇ। ਨਾ ਉਹ ਕ੍ਰਿਸ਼ਨ ਦੇ ਰੂਪ ਵਿੱਚ ਆਏ, ਨਾ ਰਾਮ ਦੇ ਰੂਪ 'ਚ ਆਏ। ਜੇ ਰੱਬ ਆਇਆ ਤੇ ਸਿੱਧਾ ਕਲਯੁਗ ਦੇ ਸਮੇਂ ਗੁਰੂ ਨਾਨਕ ਦੇ ਰੂਪ 'ਚ ਆਇਆ। ਕਹਿੰਦੇ ਜੀ ਮੈਨੂੰ ਇਸ ਸਮੇਂ ਦੀ ਉਡੀਕ ਸੀ
ਅੱਜ ਯਕੀਨ ਨਹੀਂ ਹੁੰਦਾ, ਉਹ ਭਾਗਾਂ ਵਾਲਾ ਕਰਮਾਂ ਵਾਲਾ ਸਮਾਂ ਆ ਗਿਆ ਜਦੋਂ ਪ੍ਰਭੂ ਜੀ ਸਾਡੇ ਦੁਆਰੇ ਆਏ ਨੇ। ਜਾਉ ਬਿਲੋਕਣ ਰੂਪ ਕਿਰਪਾਲਾ, ਜਹੀਂ ਚਾਹੇ ਬੀਜ ਦੇ ਵਿਸਾਲਾ। ਕਹਿੰਦੇ ਪਾਤਸ਼ਾਹ ਮੇਰੀ ਤੇ ਇਹੋ ਚਾਹਤ ਸੀ, ਮੈਂ ਮਰਾਂ ਉਦੋਂ, ਸਰੀਰ ਉਦੋਂ ਛੱਡਾਂ ਜਦੋਂ ਤੱਕ ਪ੍ਰਭੂ ਜੀ ਤੂੰ ਧਰਤੀ ਤੇ ਨਹੀਂ ਆਉਂਦਾ। ਸਤਿਨਾਮ। ਭਾਈ ਮਰਦਾਨੇ ਨੇ ਕਿਹਾ ਸੀ ਨਾ, ਬਾਬਾ ਮੈਨੂੰ ਉਹ ਮਿਲਾਓ ਜਿਹੜਾ ਇੱਕ ਵਾਰ ਜੰਮਿਆ ਫੇਰ ਕਦੇ ਮਰਿਆ ਹੀ ਨਹੀਂ। ਹੈ ਕੋਈ ਦੁਨੀਆ ਦੀ ਪੁੱਛਾ? ਸਿੱਖ ਨੇ ਮੰਗ ਕੀਤੀ ਤੇ ਗੁਰੂ ਨੇ ਮਿਲਾਤਾ। ਹੁਣ ਦੱਸ ਰਹੇ ਆ, ਕਹਿੰਦੇ ਪਾਤਸ਼ਾਹ ਜਨਮ ਲੈ ਕੇ ਮੈਂ ਇੱਕ ਪ੍ਰਤੱਗਿਆ ਕੀਤੀ ਸੀ ਵੀ ਇਹ ਤੋਂ ਬਾਅਦ ਮਰਨਾ ਹੀ ਉਦੋਂ ਹੈ ਸਰੀਰ ਕਰਕੇ ਜਦੋਂ ਸ੍ਰਿਸ਼ਟੀ ਦਾ ਮਾਲਕ ਆਪ ਮਿਲੇਗਾ। ਕਿੰਨੇ ਜਨਮਾਂ ਦੀ ਬੰਦਗੀ ਹੋਣੀ, ਕਿੰਨੇ ਯੁੱਗਾਂ ਦਾ ਤਪ ਹੋਣਾ, ਉਹ ਜਿਹਨੂੰ ਸਤਿਗੁਰੂ ਆਪ ਮਿਲਣ ਵਾਸਤੇ ਆ ਰਹੇ। ਆਪ ਸੋਚ ਵੀ ਨਹੀਂ ਸਕਦੇ ਅਸੀਂ, ਐਡੀ ਕਿੱਡੀ ਕਿ ਸਾਡੀ ਸੋਚ ਆ, ਅਸੀਂ ਗੁਰੂ ਬਾਰੇ ਸੋਚੀਏ। ਨਰਕ ਦੇ ਕੀੜੇ ਆਪਾਂ ਸਿਰ, ਇਹ ਤੋਂ ਬਾਅਦ ਕੁਝ ਨਹੀਂ। ਕੀ ਔਕਾਤ ਹੈ ਸਾਡੀ, ਅਸੀਂ ਗੁਰੂ ਨਾਨਕ ਸਾਹਿਬ ਦੀ ਮਹਿਮਾ ਵੀ ਕਰ ਸਕੀਏ। ਇੱਕ ਕਣਕਾ ਵੀ ਨਹੀਂ ਡੁੱਬਦਾ ਉਹਨਾਂ ਦੇ ਚਰਨਾਂ ਨੇ। ਜਗਤ ਗੁਰੂ ਨਾਨਕ ਸਾਹਿਬ ਜੀ ਦੇ ਨੇਤਰ ਭਰੇ ਨੇ। ਕਹਿੰਦਾ ਰੱਬਾ ਤੇਰੀ ਉਡੀਕ ਵਿੱਚ ਮੈਂ ਇੱਥੇ ਹੀ ਬੈਠਾ, ਪਹਾੜ ਵੀ ਨਹੀਂ ਉਤਰਿਆ, ਕਿਤੇ ਦੂਰ ਵੀ ਗਿਆ ਨਾ। ਦੇਵ ਜੋਗ ਤੇ ਆਏ ਸਮੀਪਾ, ਦੀਨ ਦਰਸ ਬੇਦੀ ਕੁਲ ਦੀਪਾ। ਅੱਗੋਂ ਅੰਤਰਜਾਮੀ ਸੀ ਕਾਗ ਬਸੁੰਡ, ਕਹਿੰਦੇ ਹੇ ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਜੀ। ਦੇਵ ਯੋਗ ਮਤਲਬ ਸਹਿਜ ਸੁਭਾਈ ਤੁਸੀਂ ਆ ਗਏ। ਦੇਖੋ ਉਹਨੇ ਸਤਿਗੁਰਾਂ ਦੀ ਕੁੱਲ ਵੀ ਦੱਸਦੀ। ਤੁਸੀਂ ਬੇਦੀ ਕੁੱਲ ਦੇ ਮਾਲਕ ਹੋ, ਆਪ ਗੁਰੂ ਨਾਨਕ ਹੋ, ਆਪ ਪਰਮ ਪਿਤਾ ਪਰਮੇਸ਼ਵਰ ਹੋ, ਤੇ ਕਲਯੁਗ ਦੇ ਸਮੇਂ ਵਿੱਚ ਮੇਰੇ ਕੋਲ ਚੱਲ ਕੇ ਆਏ ਹੋ। ਕਹਿੰਦੇ ਮੇਰੀ ਇੱਛਾ ਸੀ, ਮੇਰੀ ਚਾਹਤ ਸੀ ਵੀ ਰੱਬ ਮਿਲੇ ਤੇ ਆਪ ਆ ਕੇ ਮਿਲੇ। ਸਾਡੀ ਔਕਾਤ ਹੈ ਅਸੀਂ ਕਹੀਏ ਸਾਨੂੰ ਮਰ ਜਾ ਆ ਕੇ ਮਿਲਣਾ? ਉਹ ਸਾਡੇ ਵਰਗੇ ਨੂੰ ਕੋਈ ਗੁਰਦੁਆਰੇ ਨਹੀਂ ਵੜਨ ਦਿੰਦਾ। ਸਤਿਨਾਮ। ਅਗਲਾ ਕਹਿੰਦਾ ਸਮਾਪਤੀ ਹੋ ਗਈ, ਬਾਅਦ ਚਲੋ ਬਈ ਓਏ ਕੱਲ ਨੂੰ ਆਇਓ। ਕਿੱਡੀ ਵੱਡੀ ਭਗਤੀ ਹੋਣੀ, ਸੋਚੋ ਤੇ ਸਹੀ। ਕਾਗ ਪਸੁੰਡ ਦਾ ਇੱਕ ਇੱਕ ਸ਼ਬਦ ਉਹ ਰੱਬ ਪਿਆਰਾ ਹੱਥ ਜੋੜ ਨਿਮਰਤਾ ਨਾਲ ਸੁਣਦਾ ਏ। ਦੀਨ ਮਨੋਰਥ ਪੂਰਨ ਮੇਰਾ, ਲੋਚਨ ਸੰਗ ਰੂਪ ਤਵ ਹੀਰਾ। ਮੇਰੇ ਮਨ ਦਾ ਇਹ ਮਨੋਰਥ ਸੀ ਰੱਬਾ ਤੈਨੂੰ ਅੱਖਾਂ ਦੇ ਸਾਹਮਣੇ ਬੈਠਾ ਤੱਕਾਂ। ਹੈ ਤੇ ਤੂੰ ਨਿਰੰਕਾਰ ਹੈ, ਤੇਰਾ ਆਕਾਰ ਕੋਈ ਨਹੀਂ, ਪਰ ਇੱਕ ਇੱਛਾ ਸੀ ਮੈਂ ਉਹ ਸੱਜਣ ਜੀ ਨੂੰ ਪਿਆਰ ਕਰਦਾ, ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ। ਉਹ ਰੱਬ ਪਿਆਰਾ ਪ੍ਰਭੂ, ਉਹਦੇ ਮੈਂ ਚਰਨੀ ਮੱਥਾ ਟੇਕਾਂ, ਉਹਨੂੰ ਮੈਂ ਸਪਰਸ਼ ਕਰਾਂ। ਅਲੀ ਕਾਲ ਮਤ ਮੰਦ ਬਿਮੂਡਾ, ਧਰਮ ਭ੍ਰਿਸ਼ਟ ਤੇ ਮੋਹ ਅਰੂਡਾ। ਪਾਤਸ਼ਾਹ ਇਹ ਯੁੱਗ ਕਲ ਯੁੱਗ ਦਾ ਚੱਲਦਾ ਏ। ਇੱਥੇ ਧਰਮ ਦੇ ਨਾਂ ਤੇ ਲੋਕੀ ਭਰਮ ਫੈਲਾਉਣਗੇ, ਪਖੰਡ ਕਰਨਗੇ, ਮੂਰਖਾਂ ਦੇ ਜ਼ਮਾਨੇ ਆਉਣਗੇ, ਕਪਟੀ ਲੋਕ ਹੋਣਗੇ, ਕਸ਼ਟ ਦਿਆ ਕਰਨਗੇ। ਕੀ ਇਹ ਝੂਠ ਹੈ? ਮੈਂ ਕਹਿੰਦਾ ਜਿਹੜੇ ਮਰਜ਼ੀ ਪਾਸੇ ਚਲੇ ਜਾਓ, ਜੇ ਬੰਦੇ ਦੇ ਲੱਛਣ ਵੇਖਣ ਲੱਗ ਜੀ, ਆਪਾਂ ਆਪਣੇ ਹਾਲਾਤ ਵੇਖਣ ਲੱਗ ਜੀ, ਸੱਚੀ ਧਰਮਾਂ ਤੋਂ ਵੀ ਯਕੀਨ ਚੱਕਿਆ ਜਾਣਾ। ਪਰ ਧਰਮ ਧਰਮ ਹੀ ਹੈ, ਧਰਮ ਸੱਚਾ ਹੈ, ਧਰਮ ਵੱਡਾ ਹੈ। ਜੇ ਮੇਰੇ ਵਰਗਾ ਠੱਗ ਬੰਦਾ, ਮੇਰੇ ਵਰਗਾ ਕਪਟੀ ਆਦਮੀ ਧਰਮੀ ਬਣ ਜੂ, ਕੀ ਧਰਮ ਮੇਰੇ ਵਰਗਾ ਹੀ ਹੈ? ਨਹੀਂ, ਧਰਮ ਸਦਾ ਪੂਜਨੀਕ ਹੈ। ਬੰਦੇ ਚੰਗੇ ਮਾੜੇ ਆਉਂਦੇ ਰਹਿੰਦੇ ਸਾਰੇ ਧਰਮਾਂ 'ਚ। ਉਹਨੇ ਸਪਸ਼ਟ ਕਿਹਾ ਇਹ ਕਲਯੁਗ ਦੇ ਸਮੇਂ ਵਿੱਚ ਕਪਟੀ, ਮੂਰਖ, ਫਰੇਬੀ ਲੋਕ ਹੋਣਗੇ, ਧਰਮ ਦੀਆਂ ਗੱਲਾਂ ਕਰਨਗੇ। ਇਨ ਕੋ ਦੇਨੇ ਹੇਤ ਸੁਪੰਥ, ਖੋਵਣ ਹਿਰਦੇ ਕਮਤ ਕੀ ਗ੍ਰੰਥ। ਐਸੇ ਮਾੜੇ ਲੋਕਾਂ ਦੀ ਮੱਤ ਨੂੰ ਕੱਟਣ ਵਾਸਤੇ, ਸਿੱਧੇ ਰਾਹ ਪਾਉਣ ਵਾਸਤੇ ਪ੍ਰਭੂ ਜੀ ਤੁਸੀਂ ਆਪ ਆਏ ਹੋ। ਇੱਥੇ ਤੇ ਕਲਯੁਗ ਦਾ ਜ਼ਮਾਨਾ ਬਾਬਾ ਐਸਾ ਏ, ਧਾਰਮਿਕ ਗ੍ਰੰਥ ਪੜ੍ਹ ਕੇ ਪੜ੍ਹਾ ਕੇ ਲੋਕ ਲੁੱਟਿਆ ਕਰਨਗੇ। ਆਖੋ ਸਤਿਨਾਮ। ਇਹ ਬਚਨ ਕਲਯੁਗ ਦੇ ਸਮੇਂ 'ਚ ਮਰਦ ਨੇ ਕਹਿੰਦੇ ਸੀ ਤੇ ਅੱਜ ਵਰਤ ਰਹੇ ਆ। ਧਰਮ ਦੇ ਨਾਂ ਤੇ ਜੀ ਕਿੰਨੀਆਂ ਬ੍ਰਾਂਚਾਂ ਨੇ, ਪਖੰਡੀਆਂ ਦੀਆਂ ਲੁੱਟਦੇ ਆ। ਕਿਤੇ ਕੋਈ, ਕਿਤੇ ਕੋਈ, ਕਿਤੇ ਕੋਈ, ਨਿਤ ਨਵਾਂ ਹੀ ਕੰਮ ਹੈ। ਇਹ ਚੱਲਦੇ ਰਹਿਣਗੇ। ਇਹ ਤੇ ਕੁਝ ਵੀ ਨਹੀਂ, ਇਹ ਤੋਂ ਵੱਡੇ ਜਿਵੇਂ ਰੋਜ਼ ਕੱਪੜੇ ਦਾ ਡਿਜ਼ਾਈਨ ਬਦਲਦਾ ਨਾ,
ਇੱਕ ਸਮਾਂ ਐਸਾ ਕਲਯੁਗ ਵਿੱਚ ਆਉਣਾ, ਰੋਜ਼ ਨਵੇਂ ਧਰਮ ਆਇਆ ਕਰਨਗੇ, ਨਵੇਂ ਤੌਰ ਤਰੀਕੇ ਆਇਆ ਕਰਨਗੇ, ਸੱਚ ਦੇ ਵਿਰੁੱਧ ਲੋਕ ਬੋਲਣਗੇ, ਨਾਮ ਜਪਣ ਵਾਲਾ ਤੁਹਾਨੂੰ ਲੱਭਣਾ ਨਹੀਂ ਕਿਤੇ। ਧਰਮ ਦੇ ਨਾਂ ਤੇ ਭੇਖ ਹੋਏਗਾ, ਹਰ ਬੰਦਾ ਕਹੇਗਾ ਲੈ ਜੀ ਰੱਬ ਰੱਖਾ ਧਰਮ ਹੀ ਨਹੀਂ ਹੈ, ਲਾਗੇ ਨਾ ਕਹਿਣ ਲੋਕ। ਇਹ ਬਚਨ ਕਹਿ ਰਹੇ ਆ ਕਾਗ ਬਸੰਤ, ਕਹਿੰਦੇ ਐਸਾ ਕਲਯੁਗ ਦਾ ਦੌਰ ਆਏਗਾ, ਐਸਾ ਜ਼ਮਾਨਾ ਆਏਗਾ ਬਾਬਾ, ਲੋਕ ਪਾਪੀ ਹੋਣਗੇ, ਉੱਤੋਂ ਧਰਮੀ ਹੋਇਆ ਕਰਨਗੇ। ਆਖੋ ਸਤਿਨਾਮ। ਉੱਤੋਂ ਧਰਮੀ, ਅੰਦਰੋਂ ਪਾਪ ਕਮਾਉਣਗੇ। ਕੀ ਸੱਜਣ ਠੱਗ ਵਰਗੇ ਠੱਗ ਅੱਜ ਨਹੀਂ? ਸੱਜਣ ਠੱਗ ਵੀ ਦੇ ਹੀ ਕਰਦਾ ਸੀ, ਲੋਕਾਂ ਨੂੰ ਧਰਮਸ਼ਾਲਾ ਚ ਲਿਆਉਂਦਾ, ਲੰਗਰ ਪਾਣੀ ਛਕਾਉਂਦਾ, ਸੇਵਾ ਕਰਦਾ, ਰਾਤ ਨੂੰ ਚੋਰੀ ਕਰ ਲੈਂਦਾ ਤੇ ਮਾਰ ਦਿੰਦਾ ਸੀ, ਜਾਂ ਲੁੱਟ ਕੁੱਟ ਲੈਂਦਾ, ਜੇਬਾਂ ਕੱਟ ਲੈਂਦਾ ਸੀ ਧਰਮ ਦੇ ਨਾਂ ਤੇ। ਜਗਤ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਰੋ ਰੋ ਕੇ ਕਾਗ ਬਸੁੰਡ ਕਹਿੰਦਾ, ਮਹਾਰਾਜ ਐਸੇ ਤਪਦੇ ਬਲਦੇ ਸੜਦੇ ਸੰਸਾਰ ਵਿੱਚ ਮੈਂ ਸੁਣਿਆ ਸੀ ਭਵਿੱਖਬਾਣੀ ਵਿੱਚ ਰੱਬ ਆਉਣਗੇ, ਤੁਸੀਂ ਆ ਗਏ ਹੋ, ਬਚਾ ਲਓ ਇਸ ਧਰਤੀ ਨੂੰ, ਆਪਣੇ ਪਿਆਰਿਆਂ ਨੂੰ ਤੇ ਬਚਾ ਲਓ ਇਸ ਕਲਯੁਗ ਦੇ ਵਿੱਚੋਂ। ਉਹ ਵੀ ਇਸ ਭੱਠ ਵਿੱਚ ਬੜ ਰਹੇ ਨੇ। ਧਰ ਪਰ ਨਰ ਸਰੀਰ ਕੋ ਧਾਰ, तीन लोक के तुम आधार। ਤੁਸੀਂ ਤਿੰਨ ਲੋਕਾਂ ਦੇ ਮਾਲਕੋ, ਸਰੀਰ ਧਾਰਨ ਕਰਕੇ ਮਨੁੱਖਾਂ ਦਾ ਆਏ ਹੋ। ਸਿਰਫ ਇਹੀ ਭਰਮਾ ਕੇ ਰੱਖ ਦਿਓ ਵੀ ਅਸੀਂ ਆਮ ਬੰਦਿਆਂ ਵਰਗੇ ਬੰਦੇ, ਅਸੀਂ ਰੱਬ ਨਹੀਂ। ਪਰਮੇਸ਼ਵਰ ਜੀ ਮਨੁੱਖਾ ਸਰੀਰ ਵਿੱਚ ਆ ਕੇ ਪ੍ਰਭੂ ਜੀ ਵਿੱਚ ਰਹੇ ਹੋ, ਤੁਹਾਨੂੰ ਕੋਈ ਅੱਖ ਪਛਾਣੇਗੀ, ਸਿੱਧੇ ਰਾਹ ਪਾਉਣ ਆਏ। ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਅਵਤਾਰ ਧਾਰਨ ਤੋਂ ਪਹਿਲਾਂ ਇੱਥੇ ਬਹੁਤ ਮਾੜੇ ਹਾਲ ਸੀ। ਕਦੇ ਇਤਿਹਾਸ ਦੀਆਂ ਬਰੀਕੀਆਂ ਹੋ ਕੇ ਵੇਖਿਓ। ਆਪਾਂ ਤੇ ਇਹਨਾਂ ਕਹਿ ਕੇ ਸਾਰ ਦਿੰਦੇ ਆ ਨਾ, ਸਤਿਗੁਰ ਨਾਨਕ ਪ੍ਰਗਟਿਆ ਮੇਟੀ ਧੁੰਦ ਜਾਵੇ ਚਾਨਣ। ਚਾਰ ਕੁ ਗੱਲਾਂ ਇੱਧਰੋਂ ਸੁਣਾਤੀਆਂ ਵੀ ਕਾਜੀ ਰਿਸ਼ਵਤਾਂ ਲੈਂਦੇ ਸੀ, ਵੱਡੀਆਂ ਕਰਦੇ ਸੀ, ਸਿਰਫ ਇਹਦੇ ਕਰਕੇ ਆ ਕੇ ਮਰ। ਅੱਜ ਨਹੀਂ ਲੈਂਦੇ ਲੋਕ ਵੱਡੀਆਂ, ਅੱਜ ਨਹੀਂ ਲੈਂਦੇ ਰਿਸ਼ਵਤਾਂ, ਹੁਣ ਕਿਉਂ ਨਹੀਂ ਆਇਆ ਬਾਬਾ? ਪਹਿਲਾਂ ਹੀ ਕਿਉਂ ਆਇਆ? ਬਹੁਤ ਕੁਝ ਐਸਾ ਗਹਿਰਾ ਏ ਜੋ ਅੱਖੋਂ ਪਰੋਖੇ ਹੋਏ ਹੈ, ਜਿਸ ਕਰਕੇ ਸਤਿਗੁਰੂ ਆਏ। ਤੁਸੀਂ ਆਪ ਸੋਚੋ ਜੀ, ਰੱਬ ਨੂੰ ਆਪ ਆਉਣਾ ਪਏਗਾ ਤੇ ਕਿੱਡਾ ਪਾਪ ਹੋਣਾ ਧਰਤੀ ਤੇ। ਹੋ ਵੀ ਰਿਹਾ। ਜਦੋਂ ਇਹ ਬਚਨ ਆਖੇ ਨਾ, ਭਾਈ ਬਾਲਾ ਜੀ ਕਹਿੰਦੇ ਮੈਂ ਨੇੜੇ ਹੋ ਕੇ ਸੁਣਿਆ ਵੀ ਇਸ ਸਾਧੂ ਦਾ ਤਜਰਬਾ ਬਹੁਤ ਵੱਡਾ ਲੱਗਦਾ ਹੈ, ਜੋ ਗੁਰੂ ਨਾਨਕ ਸਾਹਿਬ ਦੀ ਬਾਰੇ ਸਭ ਕੁਝ ਜਾਣਦਾ ਏ। ਆਏ ਜੇ ਰਾਵਰ ਚਰਨਨ ਸ਼ਰਨਾ, ਕਿਉਂ ਨਾ ਤਰੇ ਜਗ ਜਨਮ ਰੂ ਮਰਨਾ। ਜੇ ਆਪ ਜੀ ਅੱਜ ਚੱਲ ਕੇ ਆ ਗਏ ਹੋ, ਸਾਡਾ ਜੰਮਣ ਮਰਨ ਕੱਟਿਆ ਜਾਏਗਾ। ਇੰਨੇ ਬਚਨ ਕਹਿ ਕੇ ਫੇਰ ਮੱਥਾ ਟੇਕਦਾ, ਕਹਿੰਦਾ ਬਾਬਾ ਉੱਚੀ ਥਾਂ ਤੇ ਬੈਠੋ, ਪ੍ਰਭੂ ਜੀ ਰੱਬ ਜੀ ਆਏ ਹੋ। ਉਹ ਪਿਆਰ ਚ ਹੀ ਬੋਲੀ ਜਾਂਦਾ, ਇੰਨਾ ਮਗਨ, ਇੰਨੇ ਪਿਆਰ ਚ ਗੁਰੂ ਨਾਨਕ ਸਾਹਿਬ ਨੂੰ ਵੇਖਦਾ ਏ, ਅੱਖਾਂ ਚ ਅਥਰੂ ਬਹਾਉਂਦਾ ਏ, ਖੁਸ਼ੀ ਅਤੇ ਚਾਅ ਉਹਦਾ ਚੱਕਿਆ ਜਾਂਦਾ ਨਹੀਂ। ਕਰੇ ਬਚਨ ਤੁਮਰੇ ਜੋ ਕਮਾਵਨ, ਸੇ ਨਰ ਤੀਰਥ ਕਰ ਹੈ ਪਾਵਨ। ਸਤਿਗੁਰੂ ਜਿਹੜੇ ਤੁਹਾਡੇ ਬਚਨ ਕਮਾਉਣਗੇ ਨਾ, ਭਵ ਸਾਗਰ ਤੋਂ ਪਾਰ ਉਹੀ ਹੋਣਗੇ। ਆਖੋ ਸਤਿਨਾਮ। ਦੂਜਾ ਤੀਜਾ ਨਹੀਂ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਉਹੀ ਤਰਦਾ ਏ ਜਿਹੜਾ ਸੰਤ ਜਨ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਏ। ਸੁਣ ਕੇ ਨਹੀਂ ਕੋਈ ਤਰਦਾ ਛੇਤੀ। ਹੁਣ ਸੁਣ ਕੇ ਤੁਹਾਨੂੰ ਕਹਿ ਦਈਏ ਵੀ ਆਹ ਪਲੱਗ 'ਚ ਕਰੰਟ ਹੈ, ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਪਰ ਜੇ ਮੰਨੋਗੇ ਵੀ ਮੈਂ ਇਸ ਤਾਰ ਨੂੰ ਹੱਥ ਨਹੀਂ ਲਾਉਣਾ, ਫਾਇਦਾ ਤੇ ਫੇਰ ਹੀ ਹੈ। ਹੁਣ ਸੁਣ ਕੇ ਲੈ ਮੇਰਾ ਕਰੰਟ ਕੀ ਕਰੂਗਾ, ਮੇਰਾ ਇਲੈਕਟ੍ਰਿਸਿਟੀ ਕੀ ਕਰੂਗੀ, ਭੰਗੜੇ ਪਵਾ ਦਿੰਦੀ ਹੈ ਨਾ। ਫਿਰ ਗੱਲ ਤੇ ਇਹ ਆ ਵੀ ਗੁਰੂ ਦਾ ਬਚਨ ਸੁਣਿਆ ਤੇ ਸਾਰੀ ਦੁਨੀਆ ਨੇ ਜਿਹਨੇ ਮੰਨੇ ਹੈ, ਭਲਾ ਉਹਦਾ ਹੁੰਦਾ। ਆਖੋ ਸਤਿਨਾਮ। ਗਿਆਨ ਸੁਣਨ ਨਾਲ ਕੱਲਾ ਭਲਾ ਨਹੀਂ ਹੁੰਦਾ, ਜੇ ਮੰਨੀਏ ਨਾ ਗਿਆਨ ਖਰਾਬੀ ਕਰਦਾ ਹੈ। ਇੱਥੇ ਵੱਡਿਆਂ ਦੀ ਬੁੱਧੀ ਭ੍ਰਿਸ਼ਟ ਹੋਈ ਫਿਰਦੀ, ਕਦੇ ਸਿੱਖ ਕੌਮ ਦਾ ਪ੍ਰਚਾਰ ਕਰਦੇ ਸੀ, ਅੱਜ ਕੌਮ ਨੂੰ ਹੀ ਭੌਂਕੀ ਜਾਂਦੇ ਆ ਇੱਧਰ ਮੂੰਹ ਕਰਕੇ। ਕਿਉਂ? ਭਗਤੀ ਨਹੀਂ ਸੀ, ਬੰਦਗੀ ਨਹੀਂ ਸੀ, ਪ੍ਰੇਮ ਨਹੀਂ ਸੀ, ਸਿਰਫ ਕੱਲਾ ਗਿਆਨ ਸੀ, ਕਮਾਇਆ ਨਹੀਂ ਸੀ। ਜਦੋਂ ਤੱਕ ਕਮਾਉਂਦੇ ਨਹੀਂ ਬਚਨਾਂ ਨੂੰ, ਉਦੋਂ ਤੱਕ ਗੱਲ ਨਹੀਂ ਬਣਦੀ। ਸੋ ਇਹ ਚੈਪਟਰ ਬਹੁਤ ਗਹਿਰੇ ਆ, ਬਹੁਤ ਕੁਝ ਅੱਗੇ ਕਾਗ ਪਸੁੰਡ ਨੇ ਆਪਣੇ ਬਾਰੇ ਦੱਸਣਾ, ਮੈਂ ਕੌਣ ਆ, ਕਿੱਥੋਂ ਆਇਆ। ਬਸ ਇੰਨਾ ਕੁ ਸੁਣ ਲਓ ਵੀ ਇਹ ਸਾਧੂ ਉਹ ਹੈ ਜਿਹਦੇ ਸਾਹਮਣੇ ਹਜ਼ਾਰਾਂ ਵਾਰ ਯੁੱਗ ਬਦਲ ਗਏ। ਇੱਕ ਵਾਰ ਨਹੀਂ, ਹਜ਼ਾਰਾਂ ਵਾਰ। 4 ਯੁੱਗਾਂ ਦੀ ਉਮਰ 43,42,000 ਸਾਲ ਹੈ। ਸਤਿਯੁਗ, ਦੁਆਪਰ, ਤ੍ਰੇਤਾ ਤੇ ਕਲਯੁਗ। ਕਿੰਨੇ ਕਰੋੜ ਸਾਲ ਦੀ ਉਮਰ ਹੋਈ।
ਆਉਣ ਵਾਲੇ ਸਮੇਂ 'ਚ ਵਿਚਾਰਾਂਗੇ, ਕਿਉਂਕਿ ਜਿੰਨਾ ਜਿੰਨਾ ਗਹਿਰਾ ਜਾਵਾਂਗੇ, ਜਿੰਨਾ ਡੀਪ ਜਾਵਾਂਗੇ, ਉਨਾ ਆਨੰਦ ਹੋਰ ਆਏਗਾ। ਅੱਜ ਸਿਰਫ ਪ੍ਰਸੰਗਾਂ ਦੇ ਵਿੱਚ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਦੇ ਵਿੱਚ ਜੋ ਕੁਝ ਵਰਤਣਾ ਹੈ, ਜੋ ਕੁਝ ਹੋਣਾ ਹੈ, ਸੁਣ ਕੇ ਹੈਰਾਨ ਹੋ ਜਾਓਗੇ ਵੀ ਇੰਨੇ ਇੰਨੇ ਸਾਲ ਹੋ ਗਏ। ਕਥਾ ਵੀ ਬੜੀ ਵਾਰ ਸੁਣੀ ਹੈ, ਇੱਥੇ ਵੀ ਗੁਰੂ ਸਾਹਿਬ ਗਏ ਸੀ, ਆ ਵੀ ਮਹਾਰਾਜ ਨੇ ਕੀਤਾ ਸੀ, ਇਹ ਤੇ ਅਸੀਂ ਕਿਸੇ ਕਿਤਾਬ 'ਚ ਪੜ੍ਹੀ ਨਹੀਂ, ਸੁਣਿਆ ਹੀ ਨਹੀਂ ਕਿਤੇ। ਉਹ ਮੇਰੇ ਸਤਿਗੁਰ ਦੀ ਮਹਿਮਾ ਬੜੀ ਡਾਢੀ ਹੈ। ਸੁਣਿਆ ਵੀ ਕਰੋ, ਅੱਗੇ ਬੱਚਿਆਂ ਤੇ ਪਰਿਵਾਰ ਨੂੰ ਵੀ ਸੁਣਾਇਆ ਕਰੋ। ਕੱਲ ਦੇ ਦੀਵਾਨਾਂ 'ਚ ਜਿਵੇਂ ਮਰਦ ਕਿਰਪਾ ਕਰਨਗੇ ਆਪਾਂ ਆਨੰਦ ਮਾਣਾਂਗੇ। ਸੋ ਇਹ ਦਿਨ ਚੱਲ ਰਹੇ ਆ ਜੀ ਸ਼ਹਾਦਤਾਂ ਦੇ, ਸਰਹੰਦ ਦੀ ਧਰਤੀ ਤੇ ਲੰਘੀ ਰਾਤ ਵੀ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਠੰਡੇ ਬੁਰਜ ਵਿੱਚ ਗੁਜ਼ਾਰੀ। ਸਿਰਫ ਦੁੱਧ ਦੇ ਇੱਕ ਇੱਕ ਗਲਾਸ ਉੱਤੇ ਹੀ 24 ਘੰਟੇ ਕੱਢੇ। ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ, ਕੋਈ ਪਦਾਰਥ ਨਹੀਂ, ਹਰ ਪਾਸੇ ਤੈਸ਼ ਵਿੱਚ ਭਟਕਦੀ ਦੁਨੀਆ, ਕਚਹਿਰੀਆਂ ਦੇ ਦਾਵੇ। ਪਹਿਲੇ ਦਿਨ ਪਿਆਰ 'ਚ ਪੇਸ਼ ਆਏ, ਅੱਜ ਕਚਹਿਰੀ 'ਚ ਪੇਸ਼ ਕੀਤਾ ਗਿਆ। ਥੋੜੇ ਡਰਾਵੇ ਦਿੱਤੇ ਗਏ, ਡਰਾਇਆ ਗਿਆ, ਧਮਕਾਇਆ ਗਿਆ, ਇੱਥੋਂ ਤੱਕ ਗਿਆ ਤੁਹਾਡਾ ਪਿਤਾ ਤੇ ਭਰਾ ਮਾਰੇ ਗਏ। ਬਾਬਾ ਜੋਰਾਵਰ ਸਿੰਘ ਕਹਿੰਦੇ ਉਹਨਾਂ ਨੂੰ ਮਾਰਨ ਵਾਲਾ ਕੋਈ ਅਜੇ ਤੱਕ ਜੰਮਿਆ ਹੀ ਨਹੀਂ। ਫਿਰ ਕੋਲ ਆ ਕੇ ਪੁੱਛਦੇ, ਕਹਿੰਦੇ ਜੇ ਤੁਹਾਨੂੰ ਛੱਡ ਦਿੱਤਾ ਜਾਏ। ਬਾਬਾ ਫਤਿਹ ਸਿੰਘ ਝਟਪਟ ਆਖਣ ਲੱਗੇ, ਕਹਿੰਦੇ ਸਾਨੂੰ ਪਤਾ ਤੁਸੀਂ ਸਾਨੂੰ ਛੱਡ ਹੀ ਨਹੀਂ ਸਕਦੇ। ਆਖੋ ਸਤਿਨਾਮ। ਹੱਸ ਕੇ ਕਹਿੰਦੇ, ਸੂਬਾ ਕਹਿੰਦਾ ਕਿਉਂ? ਕਾਜੀ ਕੋਲ ਆ ਕੇ ਪੁੱਛਦਾ ਕਿਉਂ ਨਹੀਂ ਛੱਡ ਸਕਦੇ? ਜੇ ਕਹਿੰਦੇ ਤੁਸੀਂ ਸਾਨੂੰ ਛੱਡ ਦੋਗੇ ਨਾ, ਜੰਗਲਾਂ ਵਿੱਚ ਜਾਵਾਂਗੇ, ਹਥਿਆਰ ਖਰੀਦਾਂਗੇ, ਵੱਡੇ ਵੀਰਾਂ ਵਾਂਗੂ ਘੋੜਿਆਂ ਤੇ ਚੜ ਕੇ ਤੁਹਾਡੀਆਂ ਫੌਜਾਂ ਨਾਲ ਲੜ ਕੇ ਤੁਹਾਡੇ ਨੱਕ 'ਚ ਨਕੇਲ ਪਾਵਾਂਗੇ। ਆਖੋ ਸਤਿਨਾਮ। ਉਸੇ ਵੇਲੇ ਸੁੱਚਾਨੰਦ ਖੱਤਰੀ ਭੜਕ ਕੇ ਬੋਲਿਆ, ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇਹ ਨਾਗਾਂ ਦੇ ਬੱਚੇ ਨੇ, ਦੁੱਧ ਨਾ ਪਿਲਾਓ। ਇਹ ਜੰਮਦੀਆਂ ਸੂੜਾਂ ਨੇ ਕੱਲ ਕੰਡੇ ਬੰਨ੍ਹਗੇ, ਇਹਨਾਂ ਦੇ ਮੂੰਹ ਮੋੜ ਦਿਓ। ਲਾਲਚ, ਡਰਾਵੇ, ਧਮਕੀਆਂ ਇਹੋ ਜਿਹੇ ਲੋਕਾਂ ਨੇ ਦਿੱਤੀਆਂ ਜਿਨ੍ਹਾਂ ਦੀ ਸ਼ਕਲਾਂ ਵੀ ਭੈੜੇ ਕੁੱਤਿਆਂ ਵਰਗੀਆਂ ਸੀ। ਕਿੱਡੀਆਂ ਭੈੜੀਆਂ ਸ਼ਕਲਾਂ ਉਹਨਾਂ ਦੀਆਂ ਵੀ, ਸੜੇ ਪਏ ਨੇ। ਮਾਸੂਮ ਜੀਆਂ ਕਲੀਆਂ ਜਿੰਦਾਂ ਨੂੰ ਧਮਕੀਆਂ ਦੇ ਬੋਲਦੇ ਆ। ਇੱਥੇ 7 ਤੇ 9 ਸਾਲ ਦਾ ਸਾਡਾ ਬੱਚਾ ਨਾ, ਕਿਤੇ ਪੁਲਿਸ ਵਾਲਾ ਕੋਈ ਤੁਰਿਆ ਵੀਰ ਆਵੇ, ਉਹਨੂੰ ਵੇਖ ਮੰਜੇ ਥੱਲੇ ਵੜ ਜਾਂਦੇ ਆ। ਆਪਾਂ ਪੁਲਿਸ ਆ ਗਈ, ਕਿੰਨੇ ਡਰਪੋਕ ਨੇ, ਅਸੀਂ ਕਦੇ ਸ਼ੀਰੇ ਨੇ ਸਾਡੇ ਤੇ। ਕਿੱਡੇ ਮਹਾਨ ਹੋਣਗੇ ਜਿਨ੍ਹਾਂ ਨੂੰ ਕਚਹਿਰੀਆਂ ਦੇ ਵਿੱਚ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਹੈ, ਫਿਜ਼ੀਕਲੀ ਟੌਰਚਰ। ਸੂਬੇ ਦੀ ਕਚਹਿਰੀ ਵਿੱਚ ਗੱਲ ਚੱਲੀ ਹੈਗੀ, ਸੂਬਾ ਕਹਿੰਦਾ ਇਹਨਾਂ ਨਾਲ ਕੀ ਕੀਤਾ ਜਾਏ? ਕਹਿੰਦੇ ਜੀ ਇਹਨਾਂ ਨੂੰ ਐਸੀ ਸਜ਼ਾ ਦਿਓ, ਕੋਰੜੇ ਮਾਰੇ ਜਾਣ, ਇਹਨਾਂ ਕੋਰੜੇ, ਚਮੜੇ ਦੀ ਸੋਟੀ। ਹੰਟਰ ਕਹਿੰਦੇ ਜੀ, ਜਿਵੇਂ ਪੁਰਾਣੇ ਸਮੇਂ ਖੱਚਰਾਂ ਤੇ ਨਹੀਂ ਸੀ ਮਾਰਦੇ, ਗੱਡਿਆਂ ਵਾਲੇ ਜਾਂ ਰੇੜਿਆਂ ਵਾਲੇ। ਕਿੰਨੀ ਸੱਟ ਵੱਜਦੀ ਹੈ ਉਹਦੀ, ਆਵਾਜ਼ ਘੱਟ, ਸੱਟ ਜ਼ਿਆਦੇ ਹੈ। ਕਹਿੰਦੇ ਸਾਹਿਬਜ਼ਾਦਿਆਂ ਨੂੰ ਸਭਾ 'ਚ ਭੇਜਿਆ ਗਿਆ, ਅੱਜ ਬੜੀ ਸਖਤੀ ਨਾਲ ਪੇਸ਼ ਆਏ ਆ। ਜਿਨ੍ਹਾਂ ਦੀਆਂ ਸ਼ਕਲਾਂ ਵੇਖ ਬੰਦਾ ਡਰ ਜਾਂਦਾ। ਵੱਡੇ ਵੱਡੇ ਜਰਨੈਲ ਡਰਦੇ ਸੀ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਬੜੀ ਦਲੇਰੀ ਨਾਲ ਬਾਹਰ ਆਏ, ਕਮਰ ਕੱਸੇ ਲੱਗੇ, ਕਾਲੀਆਂ ਲੱਗੀਆਂ, ਲਿਆ ਕੇ ਇਹਨਾਂ ਨੂੰ ਖੜੇ ਕੀਤਾ ਗਿਆ। ਕਹਿੰਦੇ ਕੋਰੜੇ ਮਾਰੇ ਗਏ, 100 ਕੋਰੜਾ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਮਾਰੇ ਰੁੱਖ ਨਾਲ ਬੰਨ ਲਿਆ ਗਿਆ। ਉਸ ਵੇਲੇ ਦਾ ਇਤਿਹਾਸਕਾਰ ਜੋ ਨਾਲ ਚੱਲਿਆ ਸੀ ਮਾਤਾ ਗੁਜਰ ਕੌਰ ਜੀ ਨੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਰਸਤੇ ਵਿੱਚ ਕੁੰਮੇ ਮਾਸ਼ਕੀ ਤੋਂ ਉਹ ਇੱਕ ਪਾਸੇ ਹੋ ਕੇ ਵੇਖ ਰਿਹਾ ਸੀ ਸਭ ਕੁਝ ਵੀ ਹੋ ਕੀ ਰਿਹਾ, ਸਿਰਫ ਗੁਰੂ ਸਾਹਿਬ ਲਈ ਖਬਰ ਭੇਜਣ ਵਾਸਤੇ, ਜਿਹਦਾ ਨਾਂ ਸੀ ਦੂਨਾ ਸਿੰਘ ਹੰਡੂਰੀਆ। ਉਹਨੇ ਇੱਕ ਕਿਤਾਬ ਲਿਖੀ ਹੈ, ਗਾਥਾ ਗੁਰਸੁਤਨ ਦੀ। ਕੀ ਉਸ ਵੇਲੇ ਹੋਇਆ? ਕਹਿੰਦੇ ਪਿੱਪਲ ਨਾਲ ਬੰਨਿਆ ਗਿਆ, ਸੋਟੀਆਂ ਦੀ ਮਾਰ ਮਾਰੀ ਗਈ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਜਿਸਮ ਤੇ ਲਾਸ਼ਾਂ ਪਾਈਆਂ। ਜਿਵੇਂ ਤੂਤ ਦੀ ਸੋਟੀ ਮਾਰੀ ਹੈ ਨਾ, ਉੱਪਰ ਕੇ ਮਾਸ ਆ ਜਾਂਦਾ। ਅੱਜ ਦਾ ਦਿਨ ਸੌਖਾ ਨਹੀਂ ਸੀ, ਮਾੜੀ ਜਿਹੀ ਸੱਟ ਵੱਜੀ ਹੋਵੇ ਨਾ, ਠੰਡ 'ਚ ਚੀਕਾਂ ਨਿਕਲ ਜਾਂਦੀਆਂ ਨੇ। ਕੋਰੜਿਆਂ ਦੀ ਮਾਰ ਮਾਰੀ ਗਈ, ਕੋਰੜੇ ਮਾਰ ਕੇ ਵਾਪਸ ਬੁਰਜ ਵਿੱਚ ਭੇਜ ਦਿੱਤਾ ਗਿਆ। ਦਾਦੀ ਮਾਂ ਕੋਲੇ ਆਏ, ਮੱਥੇ ਚੁੰਮੇ, ਵੇਖਿਆ ਲਾਲਾਂ ਦੇ ਜਿਸਮ ਤੇ ਨੀਲ ਪਏ ਆ, ਜ਼ਖਮ ਹੋਏ ਪਏ ਆ, ਹੱਥ ਨਹੀਂ ਲੱਗਦਾ। ਪਰ ਇੱਕ ਵਾਰ ਸੀ ਨਹੀਂ ਆਖੀ, ਇੱਕ ਵਾਰ ਤੜਫੇ ਨਹੀਂ। ਕਹਿੰਦੇ ਉਹ ਕਿਹੜੀ ਥਾਂ ਸੀ ਜਿਸਮ ਦੀ ਜੋ ਮਾਸ ਉਖੜਿਆ ਨਾ ਹੋਵੇ।
ठंडी सर्दी ठंडियां हवावां जख्मां ते दर्द दे रहीआं ने। पर धन गुरु कलगीधर दे लाल बाबा जोरावर सिंह बाबा फतेह सिंह डोले नहीं, पर दादी दियां अखां विच हंझू ने वेख के पोतियां दे, ਜਿਹੜੇ कदे मखमली जोड़े पाउंदे सी, मखमल दियां सेजां ते सौंदे सी, जिन्हां नूं खड़ाउण वास्ते 20-20 50-50 सिख अगे पिछे फिरदे सी, अज किहड़े हालां च बैठे आ, जिन्हां नूं अज तक किसी ने झिड़किया नहीं, 100 कोरड़ा मार के जिस्म छिल दिते गए, चमड़ी ला दी गई। ऐसी हालत जो बद तो बदतर हो गई है। चेहरे लाल सुर्ख होए पए ने, पर चेहरे की मुस्कुराहट नहीं कोई खो सकिया। जलादा ने जालमा ने फड़िया लिया के माता जी को छड़ दिता। सारी रात मां को बैठे रहे, जिस्म ते दर्द भी हुंदा सी, पर दर्द नूं दर्द नहीं जानिया, रोए नहीं, तड़फे नहीं। दादी मां प्रेम विच आके वड्डियां दियां कुर्बानियां सुणाउंदियां, पुत्रो ओ मेरे प्यारे पोतियो डोल ना जाइयो, डोल ना जाइयो। कहंदे दादी मां फिकर ना करियो, असीं रख के विखावांगे वड्डियां दी, जो साडे दादे पड़दादियां ने कीती, तेरे लाल भी ओ करके विखाउणगे। आखो सतनाम। पता सी दादी मां नूं अज दी रात ही मेरे लाल मेरे हीरे मेरे कोल नहीं, सवेर हुंदियां नहीं होणगे। अज दी रात दर्द भरी रात है, क्योंकि अज ही सजा दा ऐलान हो गया सी। हल्का जिहा इन्ना क दस दिता गया सी, अज तुहानूं छड्डिया जांदा है, कल नूं मार दिता जाएगा। ये मैंटली डिस्टर्बेंस सी, भी एक ते शरीर तो दुखी होणगे, सट्टां वजीआं ने, मारिया गया, ते दूजा मानसिक तौर ते पीड़ा होएगी, साडे नाल गल की होए। पर वो रब दे प्यारे गुरु कलगीधर दे लाला नूं रत्ता भी ये फिकर नहीं सी भी कल की होना। आखो सतनाम। आज ही होना है, कल दा दिन बड़ा घट है। जदों अगला दिन हुंदा, सभा च फेर बुला के लालच दिते जांदे, ड्राबे दिते जांदे ने, हुक्म कीता जांदा इन्हां ते अज कूरड़ियां दी मार फेर मारी जावे ते गुलेलां मारियां जाण। कहंदे गुलेलां दे रोड़े बन के बाबा फतेह सिंह बाबा जोरावर सिंह दे मारे। गुलेल दी सट बड़ी भैड़ी है। एक पत्थर गुलेल दा आके बाबा फतेह सिंह दी सज्जी अख ते वजिया, अख फुट गई। हथ बन्ने सी, जदों हथ खोले उन्हां हथ रख लिया, फिर पुछदे आ की विचार है। हस के कहंदे सूबेआ असीं तैयार हां, साडे विचार ओही सी, फिकर यो करे जिहदे विचार नित बदलदे आ। सानूं मौत कबूल है, पर झुकना मंजूर नहीं है। अख च खून सी, सजी अख तो दिखदा नहीं सी। माता जी कोल आए, बैठे आ, मां सारी रात सेक दिंदी रही आ, पर फतेह सिंह रता नहीं बोलिया। जो होना है वो कल दे दिन ने, कल दे दीवाना च सरवण करांगे, क्योंकि मेरी कोशिश होती मैं इन्हां प्रसंगां नूं टच ना करना। बहुत दर्द होता है, हर एक सिख नूं होता है। जद सुणदे आ सुणाउने आ, सच्ची कालजा हत्थां नूं आ जांदा है। जिन्हां ने झल्लिया होना वही जानते हैं। साडे वर्गे ते सुना के एक पासे हो जाते, महीने बाद भुल जाएंगे सी की होया। पर धन सी वो जिहड़े डोले नहीं, जिंदा निक्कियां सी पर कुर्बानियां वड्डियां सी। समय दी समाप्ति है। ऐसियां महान रूहां नूं कोट कोट प्रणाम। वाहिगुरु 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 वाहिगुरु।